ਅਮਰੀਕਾ ਵਿਰਾਸਤਾ ਹਾਂਗਕਾਂਗ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ। ਉਸ ਸਮੇਂ ਫਿਲੀਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਤੇ ਪੀਕਿੰਗ ਜਾਂ ਚੀਨ ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਸੀ। ਹਾਂਗਕਾਂਗ ਦਾ ਗੁਰਦੁਆਰਾ ਇਹਨਾਂ ਮੁਸਾਫਰਾਂ ਦੀ ਮੁੱਖ ਠਹਿਰ ਸੀ। ਉਨ੍ਹਾਂ ਵੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਰਹਿ ਕੇ ਅੱਗੇ ਜਾਂਦੇ ਸਨ। ਭਾਈ ਭਗਵਾਨ ਸਿੰਘ, ਜਿਸ ਨੇ 1910 ਤੋਂ ਲੈ ਕੇ 1913 ਤੱਕ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਈ ਸੀ, ਉਸ ਨੇ ਬਾਅਦ ਵਿੱਚ ਆਪਣੇ ਸਵੈ ਜੀਵਨੀ ਵਿੱਚ ਉਸ ਸਮੇਂ ਦੀ ਯਾਦ ਚਿਤਰਾਦਿਆਂ ਲਿਖਿਆ ਹੈ। ਉਹਨਾਂ ਲਿਖਿਆ ਕਿ ਕਈ ਵਾਰ ਗੁਰਦੁਆਰੇ ਵਿੱਚ ਬਹੁਤ ਭੀੜ ਹੁੰਦੀ ਸੀ। 100-150 ਆਦਮੀ ਅਕਸਰ ਹੀ ਉੱਥੇ ਗੁਰਦੁਆਰੇ ਵਿੱਚ ਠਹਿਰਿਆ ਕਰਦੇ ਸਨ। ਉਸ ਵਕਤ ਕੋਈ 9000 ਦੇ ਕਰੀਬ ਹਿੰਦੁਸਤਾਨੀ ਆਦਮੀ ਹਾਂਗਕਾਂਗ ਵਿੱਚ ਰਹਿੰਦਾ ਸੀ, ਜਿਨ੍ਹਾਂ ਵਿੱਚੋਂ 500 ਪੁਲਿਸ ਦੇ ਸਨ। ਬਾਕੀ 1500 ਦੇ ਕਰੀਬ ਚੌਕੀਦਾਰਾ ਕਰਦੇ ਸਨ। ਕੁਝ ਕੁ ਚੀਨੀਆਂ ਦੇ ਨੌਕਰ ਰੱਖੇ ਹੋਏ ਸਨ। ਕਈ ਹੋਰ ਕਿਸੇ ਕੰਪਨੀਆਂ ਵਿੱਚ ਕੰਮ ਕਰਦੇ ਸਨ। 7000 ਦੇ ਕਰੀਬ ਆਪਣੇ ਫੌਜੀ ਆਦਮੀ ਸਨ। ਕੁਝ ਕੁ ਪਲਟਨਾਂ ਦੇ ਨਾਮ ਯਾਦ ਹਨ। 13 ਨੰਬਰ ਰਾਜਪੂਤ ਹਾਂਗਕਾਂਗ ਤੋਪਖਾਨਾ, 26 ਨੰਬਰ ਪੰਜਾਬੀ, 34 ਨੰਬਰ ਬੈਟਰੀ ਵਗੈਰਾ ਵਗੈਰਾ। ਐਤਵਾਰ ਨੂੰ ਗੁਰਦੁਆਰੇ ਗੁਰਬਾਣੀ ਤੇ ਕਥਾ ਕੀਰਤਨ ਤੋਂ ਇਲਾਵਾ ਲੈਕਚਰ ਵੀ ਕੀਤੇ ਜਾਂਦੇ ਸਨ। ਭਾਈ ਭਗਵਾਨ ਸਿੰਘ ਜਿੱਥੇ ਗੁਰਬਾਣੀ ਦੀ ਕਥਾ ਕਰਨ ਵਿੱਚ ਪੁੱਜ ਕੇ ਮਾਹਰ ਸਨ, ਉੱਥੇ ਉਹ ਬਹੁਤ ਬੇਹੱਦ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਉਹਨਾਂ ਦੀ ਆਤਮ ਬਿਆਨੀ ਅਨੁਸਾਰ ਉਹਨਾਂ ਦੇ ਮੁੱਢਲੇ ਗਿਆਨ ਆਪਣੇ ਦਾਦਾ ਜੀ ਦੀ ਦੇਖ ਰੇਖ ਹੇਠ ਹਾਸਿਲ ਕੀਤਾ। ਉਸ ਦੇ ਦਾਦਾ ਜੀ ਬਾਬਾ ਰਤਨ ਸਿੰਘ ਨੇ ਅੰਗਰੇਜ਼ਾਂ ਦੇ ਬਰਖਿਲਾਫ ਸਿੱਖਾਂ ਦੀ 1849 ਦੀ ਚਿੱਲਿਆਂਵਾਲੀ ਦੀ ਜੰਗ ਵਿੱਚ ਹਿੱਸਾ ਲਿਆ ਸੀ। ਦਾਦਾ ਉਸ ਨੂੰ ਇਸ ਹੋਣੀ ਭਰੀ ਲੜਾਈ ਦੇ ਕਿੱਸੇ ਸੁਣਾਉਂਦਾ ਰਹਿੰਦਾ ਸੀ। ਭਾਈ ਭਗਵਾਨ ਸਿੰਘ ਦੇ ਸ਼ਬਦਾਂ ਵਿੱਚ ਆਜ਼ਾਦੀ ਲਈ ਜੋਸ਼ੀਲੇ ਪਿਆਰ ਨਾਲ ਭਰਪੂਰ ਸਿੱਖਾਂ ਦੀ ਬਹਾਦਰੀ ਅਤੇ ਦੇਸ਼ ਪਿਆਰ ਲਈ ਮੁੜ ਜੰਗ ਵਿੱਚ ਕੁੱਦਣ ਤੇ ਉਸ ਦੇ ਜੋਸ਼ ਦੀਆਂ ਕਹਾਣੀਆਂ ਨੇ ਮੇਰੀ ਕਲਪਨਾ ਨੂੰ ਪਕੜ ਕੀਤੀ ਅਤੇ ਆਜ਼ਾਦ ਭਾਰਤ ਵਿੱਚ ਰਹਿਣ ਦਾ ਸੁਪਨ ਮੰਨਣਾ ਮੇਰੀ ਸੋਚ ਦਾ ਹਿੱਸਾ ਬਣ ਗਿਆ। ਦਾਦੇ ਨੇ ਉਸ ਨੂੰ ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਪੜ੍ਹਾਇਆ ਅਤੇ ਆਪਣੇ ਧਾਰਮਿਕ ਤੇ ਸਿਆਸੀ ਵਿਰਸੇ ਤੋਂ ਜਾਣੂ ਕਰਵਾਇਆ। ਉਸ ਨੇ ਕਈ ਵਾਰ ਆਦਿ ਗ੍ਰੰਥ ਦੇ 10ਵੇਂ ਗ੍ਰੰਥ ਦਾ ਪਾਠ ਕੀਤਾ ਅਤੇ 5 ਬਾਣੀਆਂ ਜ਼ੁਬਾਨੀ ਕੰਠ ਹੋ ਗਈਆਂ ਸਨ। ਉਸ ਨੇ ਖਾਲਸਾ ਉਪਦੇਸ਼ਕ ਕਾਲਜ ਗੁਜਰਾਂਵਾਲਾ, ਜਿੱਥੇ ਸਿੱਖ ਧਰਮ ਪਰ ਲੈਕਚਰਾਰ ਦੇ ਅਧਿਆਪਕ ਪੈਦਾ ਕੀਤੇ ਜਾਂਦੇ ਸਨ, ਵਿੱਚ 5 ਸਾਲ ਵਿੱਦਿਆ ਤੇ ਸਿਖਲਾਈ ਹਾਸਲ ਕੀਤੀ। ਉਸ ਵੇਲੇ ਉੱਥੇ ਉਸ ਦੇ ਜਮਾਤੀਆਂ ਵਿੱਚ ਇੱਕ ਕਰਤਾਰ ਸਿੰਘ ਕਲਾਸਵਾਲੀਆ ਸੀ, ਜਿਸ ਨੇ ਪਿੱਛੋਂ ਜਾ ਕੇ ਸਿੱਖ ਇਤਿਹਾਸ ਬਾਰੇ ਬੈਂਤ ਰੂਪ ਵਿੱਚ ਕਈ ਮੁੱਲਵਾਨ ਤੇ ਮਸ਼ਹੂਰ ਕਿਤਾਬਾਂ ਰਚੀਆਂ ਅਤੇ ਬਾਅਦ ਵਿੱਚ ਜਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਗ੍ਰੰਥੀ ਵੀ ਰਿਹਾ। ਭਾਈ ਭਗਵਾਨ ਸਿੰਘ ਨੇ ਇੱਥੋਂ ਫਾਰਸੀ ਤੇ ਪੰਜਾਬੀ ਦੇ ਚੰਗੇ ਉਸਤਾਦਾਂ ਕੋਲੋਂ ਕਵਿਤਾ ਜੋੜਨ ਤੇ ਉਚਾਰਨ ਦੀ ਸਿਖਲਾਈ ਲਈ। ਨਾਲ ਹੀ ਯੋਗ ਉਸਤਾਦਾਂ ਕੋਲੋਂ ਸੰਗੀਤ ਦੀ ਵਿੱਦਿਆ ਵੀ ਗ੍ਰਹਿਣ ਕੀਤੀ। ਇੱਥੋਂ ਪੜ੍ਹਾਈ ਖਤਮ ਕਰਕੇ ਗੁਜਰਾ ਕਾਲਜ ਖਾਲਸਾ ਦੀਵਾਨ ਕਮੇਟੀ ਦੇ ਭਾਈ ਭਗਵਾਨ ਸਿੰਘ ਨੂੰ ਬਾਹਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਲੈਕਚਰਾਰ ਥਾਪ ਦਿੱਤਾ। ਉਹਨਾਂ ਨੇ ਬਾਹਰ ਦੇ ਇਲਾਕੇ ਵਿੱਚ ਥਾਂ ਜਾ ਕੇ ਲੈਕਚਰ ਦਿੱਤੇ। ਉਹ ਜਦੋਂ ਲੈਕਚਰ ਕਰਦੇ ਤਾਂ ਉਹਨਾਂ ਦੇ ਗਿਆਨ ਦੇ ਭਾਸ਼ਣ ਕਲਾ ਦਾ ਸਰੋਤਿਆਂ ਦੇ ਮਨਾਂ ਤੇ ਜਾਦੂਮਈ ਅਸਰ ਹੁੰਦਾ ਸੀ। ਉਹਨਾਂ ਨੇ ਆਪਣੀ ਇਸ ਪ੍ਰਤਿਭਾ ਦਾ ਰਹੱਸ ਇਸ ਤਰ੍ਹਾਂ ਪ੍ਰਗਟਾਇਆ। ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਸਿੱਖ ਹਿਸਟਰੀ ਦੇ 10 ਗੁਰੂਆਂ ਦੇ ਜੀਵਨ ਦਾ ਮੁਤਾਲਿਆ ਕਰਨ ਲਈ ਮੈਨੂੰ ਕਾਫੀ ਵਕਤ ਮਿਲ ਚੁੱਕਾ ਸੀ। ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਤੇ ਹੋਰ ਗ੍ਰੰਥ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਮੈਂ ਟੀਕੇ ਸਮੇਤ ਪੜ੍ਹ ਚੁੱਕਾ ਸੀ। ਮੇਰੇ ਦਿਲ ਵਿੱਚ ਦੇਸ਼ ਭਗਤੀ ਦੇ ਭਾਂਬੜ ਦੀ 10ਮ ਗੁਰੂ ਦੀਆਂ ਉੱਚ ਕੁਰਬਾਨੀਆਂ ਤੋਂ ਹੀ ਮਚੇ ਸਨ। ਕੌਮੀਅਤ ਤੇ ਦੇਸ਼ ਭਗਤੀ ਮੈਨੂੰ ਵਿਰਸੇ ਵਿੱਚ ਹੀ ਮਿਲੀ ਸੀ। ਦਸ਼ਮੇਸ਼ ਹੀ ਮੇਰਾ ਗੁਰੂ ਸੀ, ਆਦਰਸ਼ ਸੀ, ਆਗੂ ਸੀ ਤੇ ਨਿਸ਼ਾਨਾ ਸੀ।
ਉਹਨਾਂ ਦੇ ਹੀ ਨਮੂਨੇ ਜ਼ਿੰਦਗੀ ਨਾਲ ਮੇਰੀ ਲਗਨ ਸੀ। ਜਦ ਕਦੇ ਵੀ ਮੈਂ ਉਹਨਾਂ ਦੇ ਜੀਵਨ ਬਾਰੇ ਬੋਲਦਾ, ਮੇਰਾ ਦਿਮਾਗ ਖਿੜ ਜਾਂਦਾ, ਜ਼ੁਬਾਨ ਰਸੀਲੀ ਹੋ ਜਾਂਦੀ ਤੇ ਦਿਲ ਦੇ ਦਰਦ ਫੁੱਟ ਉੱਠਦੇ ਸਨ। 1907 ਵਿੱਚ ਉਸ ਨੇ ਪੰਜਾਬ ਅੰਦਰ ਚੱਲੀ ਪਗੜੀ ਸੰਭਾਲ ਜੱਟਾ ਲਹਿਰ ਵਿੱਚ ਵੀ ਹਿੱਸਾ ਲਿਆ ਅਤੇ ਕਈ ਥਾਵਾਂ ਤੇ ਜੋਸ਼ੀਲੇ ਲੈਕਚਰ ਦਿੱਤੇ। ਉਸ ਨੇ ਕੁਝ ਥਾਵਾਂ ਤੇ ਸਰਦਾਰ ਅਜੀਤ ਸਿੰਘ ਨਾਲ ਵੀ ਸਟੇਜ ਸਾਂਝੀ ਕੀਤੀ। ਇਸ ਸੰਘਰਸ਼ ਦੌਰਾਨ ਹੀ ਉਸ ਦੀ ਲਾਲਾ ਹਰਦਿਆਲ ਨਾਲ ਵੀ ਜਾਣ ਪਛਾਣ ਹੋ ਗਈ ਸੀ। ਇਸ ਤਰ੍ਹਾਂ ਭਾਈ ਭਗਵਾਨ ਸਿੰਘ ਨੂੰ ਧਾਰਮਿਕ ਵਿੱਦਿਆ ਦੇ ਨਾਲ ਹੀ ਰਾਜਸੀ ਗੁੜਤੀ ਵੀ ਮਿਲ ਗਈ ਅਤੇ ਰਾਜਸੀ ਵਿੱਦਿਆ ਦਾ ਵੀ ਚਾਨਣ ਹੋ ਗਿਆ ਸੀ। ਇਹ ਰਾਜਸੀ ਸਰਗਰਮੀ ਕਾਰਨ ਪੁਲਿਸ ਉਸ ਦੀ ਭਾਲ ਕਰਨ ਲੱਗ ਪਈ ਸੀ, ਜਿਸ ਕਰਕੇ ਉਹ ਫਰਜ਼ੀ ਨਾਂ ਹੇਠ ਜ਼ਿਲ੍ਹਾ ਸਿਆਲਕੋਟ ਦੇ ਡਸਕਾ ਨਾਂ ਦੇ ਪਿੰਡ ਵਿੱਚ ਸਕੂਲ ਵਿੱਚ ਪੜ੍ਹਾਉਣ ਲੱਗ ਪਏ। ਉੱਥੇ ਉਹਨਾਂ ਦਾ ਮੇਲ ਪਹੁੰਚੇ ਹੋਏ ਵਿਦਵਾਨ ਸੰਤ ਹਰਬਿਲਾਸ ਨਾਲ ਹੋਇਆ, ਜਿਸ ਕੋਲੋਂ ਉਹਨਾਂ ਨੇ ਵੇਦਾਂ, ਉਪਨਿਸ਼ਦਾਂ, ਭਗਵਦ ਗੀਤਾ ਤੇ ਵੇਦਾਂਤ ਦੇ ਨਿਆਏ ਸ਼ਾਸਤਰ ਦੀ ਉੱਚ ਵਿੱਦਿਆ ਹਾਸਲ ਕਰ ਲਈ। ਇਸ ਨਾਲ ਭਾਈ ਭਗਵਾਨ ਸਿੰਘ ਜੀ ਦੀ ਸੋਚ ਉੱਚੇ ਵੇਦਾਂਤ ਦਾ ਰੰਗ ਚੜ੍ਹ ਗਿਆ। ਇਸ ਦਾ ਅਸਰ ਉਸ ਦੇ ਰਾਜਸੀ ਵਿਚਾਰਾਂ ਉੱਤੇ ਵੀ ਪਿਆ। ਉਸ ਦੇ ਸਮਾਜੀ ਤੇ ਰਾਜਸੀ ਚੇਤਨਾ ਹਿੰਦੂਵਾਦੀ ਜਾਂ ਆਰਿਆ ਸਮਾਜ ਪ੍ਰਭਾਵਾਂ ਨਾਲ ਗ੍ਰਹਿਣੀ ਗਈ ਸੀ, ਜਿਸ ਦੀ ਝਲਕ ਉਸ ਦੀਆਂ ਲਿਖਤਾਂ, ਭਾਸ਼ਣਾਂ ਤੇ ਕਵਿਤਾਵਾਂ ਵਿੱਚੋਂ ਸਾਫ਼ ਦੇਖੀ ਜਾ ਸਕਦੀ ਹੈ। ਪਰ ਗੁਣੀ ਗਿਆਨੀ, ਨਿਪੁੰਨ ਪ੍ਰਚਾਰਕ ਤੇ ਜੋਸ਼ੀਲਾ ਬੁਲਾਰਾ ਹੋਣ ਕਰਕੇ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਭਾਈ ਸਾਹਿਬ ਦੀ ਬਹੁਤ ਧਾਂਕ ਪੈ ਗਈ ਸੀ। ਲੋਕ ਉਹਨਾਂ ਦੇ ਗੁਰਬਾਣੀ ਬਾਰੇ ਕਥਾ, ਵਿਖਿਆਨ ਤੇ ਰਾਜਸੀ ਸੰਗਤ ਬਾਰੇ ਲੈਕਚਰ ਸੁਣ ਕੇ ਬੇਹੱਦ ਨਿਹਾਲ ਹੁੰਦੇ ਸਨ। ਐਤਵਾਰ ਨੂੰ ਗੁਰਦੁਆਰੇ ਦੇ ਪ੍ਰੋਗਰਾਮ ਦੀ ਇਸ ਕਦਰ ਮਸ਼ਹੂਰੀ ਹੋ ਗਈ ਸੀ ਕਿ ਲੋਕੀ ਹਫ਼ਤਾ ਭਰ ਇੰਤਜ਼ਾਰ ਕਰਦੇ ਰਹਿੰਦੇ। ਇਸ ਤਰ੍ਹਾਂ ਜਦੋਂ ਭਾਈ ਕਰਤਾਰ ਸਿੰਘ ਸਰਾਭਾ ਜੂਨ 1912 ਵਿੱਚ ਹਾਂਗਕਾਂਗ ਪੁੱਜਾ ਤਾਂ ਭਾਈ ਭਗਵਾਨ ਸਿੰਘ ਨੇ ਉੱਥੇ ਸਿੱਖੀ ਪਿਆਰ ਤੇ ਦੇਸ਼ ਪ੍ਰੇਮ ਦਾ ਉਤਸ਼ਾਹਮਈ ਵਾਤਾਵਰਨ ਪੈਦਾ ਕਰ ਰੱਖਿਆ ਸੀ। ਸਰਾਭੇ ਦਾ ਹਾਂਗਕਾਂਗ ਪੜਾਅ। ਭਾਈ ਭਗਵਾਨ ਸਿੰਘ ਨੇ ਕਰਤਾਰ ਸਿੰਘ ਸਰਾਭਾ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਇੰਜ ਕੀਤਾ ਹੈ। ਉਹਨਾਂ ਦੱਸਿਆ, ਥੋੜੀ ਦੇਰ ਬਾਅਦ ਸਵੇਰ ਦੀ ਅਰਦਾਸ ਕਰਨ ਤੇ ਇੱਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਕਿਆਸ ਵੀ ਨਹੀਂ ਸੀ ਕਿ ਮੈਂ ਇੱਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ ਜੋ ਮੇਰੇ ਬੱਚਿਆਂ ਨਾਲ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ। ਬੱਚਾ ਸੀ ਹਜੇ, ਦਾੜੀ ਨਹੀਂ ਸੀ ਉਤਰੀ ਹੋਈ, ਮਿਲਣਸਾਰ, ਸੁੰਦਰ, ਸਜੀਤਾ ਤੇ ਹੋਣਹਾਰ। ਹਰ ਹਫ਼ਤੇ ਗੁਰਦੁਆਰੇ ਵਿੱਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ, ਕੁਸ਼ਤੀਆਂ, ਗੋਲਾ ਸੁੱਟਣਾ ਆਦਿ। ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਵਸੇ ਵਗੈਰਾ ਸਧਾਰਨ ਜ਼ਿੰਦਗੀ ਸੀ। ਬਤੌਰ ਗ੍ਰੰਥੀ ਮੈਂ 2 ਵਾਰੀ ਹਰ ਰੋਜ਼ ਸਾਰੇ ਮੁਸਾਫਰਾਂ ਨੂੰ ਮਿਲਿਆ ਕਰਦਾ ਸੀ, ਉਹਨਾਂ ਦੇ ਨਾਮ ਪਤੇ ਲਿਖਦਾ ਸੀ, ਸ਼ਿਕਾਇਤਾਂ ਸੁਣਦਾ ਸੀ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ ਸੀ। ਉਹ ਯਾਨੀ ਕਰਤਾਰ ਸਿੰਘ ਸਰਾਭਾ ਰਾਤੀ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇੱਕ ਲੈਕਚਰ ਸੁਣਿਆ ਤੇ ਇੱਕ ਗੋਲਾਬਾਜੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿੱਚ ਬੜੀ ਦਿਲਚਸਪੀ ਰੱਖਦਾ ਸੀ। ਚੀਨ, ਜਾਪਾਨ, ਅਮਰੀਕਾ ਤੇ ਕੈਨੇਡਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ ਹਫ਼ਤਿਆਂ ਦੀ ਵਾਕਫੀ ਮੇਰੇ ਦਿਲ ਤੇ ਕਾਫੀ ਅਸਰ ਕਰ ਗਈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹਾਂਗਕਾਂਗ ਅੰਦਰ ਕੁਝ ਹਫ਼ਤਿਆਂ ਦੇ ਪੜਾਅ ਦੌਰਾਨ ਭਾਈ ਕਰਤਾਰ ਸਿੰਘ ਸਰਾਭਾ ਨੂੰ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ, ਖਾਸ ਕਰਕੇ ਸਿੱਖਾਂ ਅੰਦਰ ਹੋ ਰਹੀ ਰਾਜਸੀ ਹਿਲਜੁਲ ਦੀ ਜ਼ਰੂਰ ਸੂਹ ਲੱਗ ਗਈ ਹੋਵੇਗੀ। ਉਹ ਕੁਝ ਕੁ ਹਫ਼ਤੇ ਹਾਂਗਕਾਂਗ ਵਿੱਚ ਰੁਕਿਆ ਅਤੇ ਅਖੀਰ ਉੱਥੋਂ 2 ਜੁਲਾਈ ਨੂੰ ਸਾਈਬੇਰੀਆ ਜਹਾਜ਼ ਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਤੇ ਪ੍ਰਸਿੱਧ ਸ਼ਹਿਰ ਸਾਨ ਫਰਾਂਸਿਸਕੋ ਦੇ ਨੇੜਲੇ ਟਾਪੂ ਐਂਜਲ ਆਈਲੈਂਡ ਤੇ ਜਹਾਜ਼ ਘਾਟ ਉੱਤੇ ਜਾ ਉਤਰਿਆ। ਉਹਨਾਂ ਵੇਲਿਆਂ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ ਘਾਟ ਉੱਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇਮੀਗ੍ਰੇਸ਼ਨ ਮਹਿਕਮੇ ਦੇ ਅਫਸਰ ਬਹੁਤ ਜ਼ਿਆਦਾ ਤੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਇਹ ਸਵਾਲਾਂ ਦੀ ਝੜੀ ਦਾ ਮੰਤਵ ਇਹ ਹੁੰਦਾ ਸੀ ਕਿ ਕਿਸੇ ਨਾ ਕਿਸੇ ਬਹਾਨੇ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚ ਵੜਨ ਤੋਂ ਜਵਾਬ ਦੇ ਕੇ ਵਾਪਸ ਮੋੜ ਦਿੱਤਾ ਜਾਵੇ। ਬਾਬਾ ਸੋਹਣ ਸਿੰਘ ਭਕਨਾ ਦੇ ਸ਼ਬਦਾਂ ਵਿੱਚ ਇਹ ਸਾਰੇ ਸਵਾਲ ਐਵੇਂ ਵਾਧੂ ਤੇ ਇੱਕ ਹੋਰ ਤਰ੍ਹਾਂ ਦੇ ਹੀਲੇ ਬਹਾਨੇ ਘੜਨਾ ਹੀ ਹੁੰਦੇ ਸਨ।
ਇਸ ਤਰ੍ਹਾਂ ਹਿੰਦੀਆਂ ਦੇ ਲੱਖਾਂ ਰੁਪਏ ਜਹਾਜ਼ਾਂ ਦੇ ਕਿਰਾਏ ਮੂੰਹ ਬਰਬਾਦ ਹੁੰਦੇ ਸਨ ਤੇ ਉਹ ਵਿਚਾਰੇ ਨਿਰਾਸ਼ ਹੀ ਖੱਜਲ ਖੁਆਰ ਹੋ ਕੇ ਮੁੜ ਆਉਂਦੇ ਸਨ। ਵਿਚਾਰੇ ਇਹੋ ਜਿਹੇ ਅਸਫਲ ਹਿੰਦੀ, ਚੀਨ, ਮਲਾਇਆ ਆਦਿ ਟਾਪੂਆਂ ਵਿੱਚ ਧੱਕੇ ਖਾਂਦੇ ਫਿਰਦੇ ਸਨ। ਅਮਰੀਕਾ ਦਾ ਪਹਿਲਾ ਕੌੜਾ ਤਜਰਬਾ। ਅਮਰੀਕਾ ਦੇ ਇਮੀਗ੍ਰੇਸ਼ਨ ਅਫਸਰਾਂ ਨੇ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨਾਂ ਕਿਸੇ ਰੋਕ ਟੋਕ ਤੋਂ ਉਤਰਨ ਦੀ ਆਗਿਆ ਦੇ ਦਿੱਤੀ, ਪਰ ਹਿੰਦੁਸਤਾਨ ਦੇ ਵੰਸ਼ਨਿਕਾਂ ਨੂੰ ਪੁੱਛਗਿੱਛ ਲਈ ਰੋਕ ਲਿਆ। ਇਹ ਕਰਤਾਰ ਸਿੰਘ ਦਾ ਅਮਰੀਕਾ ਬਾਰੇ ਪਹਿਲਾ ਤਲਖ ਤਜਰਬਾ ਸੀ। ਇਸ ਨਾਲ ਉਸਨੂੰ ਡਾਢੀ ਬੇਇੱਜ਼ਤੀ ਤੇ ਨਿਰਾਦਰੀ ਦਾ ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਲਾਜਤ ਦੀ ਚੁਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਡਾਕਟਰੀ ਵਿੱਚ ਪਾਸ ਹੋ ਜਾਣ ਤੋਂ ਬਾਅਦ ਕਰਤਾਰ ਸਿੰਘ 31 ਜੁਲਾਈ ਨੂੰ ਇਮੀਗ੍ਰੇਸ਼ਨ ਮਹਿਕਮੇ ਦੇ ਸਪੈਸ਼ਲ ਪੜਤਾਲੀਆ ਬੋਰਡ ਦੇ ਅੱਗੇ ਪੇਸ਼ ਹੋਇਆ। ਭਾਈ ਕਰਤਾਰ ਸਿੰਘ ਸਰਾਭਾ ਦੇ ਜਵਾਬਾਂ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੇ ਅਮਰੀਕਾ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ 3 ਦਿਨਾਂ ਦੀ ਹਿਰਾਸਤ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਉਹ ਜਹਾਜ਼ੋਂ ਉਤਰ ਕੇ ਸਿੱਧਾ ਆਪਣੇ ਸਿੱਖ ਭਾਈਆਂ ਕੋਲ ਯੂਲੋ ਕਾਉਂਟੀ ਚਲਾ ਗਿਆ। ਇਹ ਜਗ੍ਹਾ ਸਾਨ ਫਰਾਂਸਿਸਕੋ ਤੋਂ 65 ਮੀਲ ਦੂਰ ਹੈ। ਉਸ ਦੇ ਇਹ ਸਿੱਖ ਭਾਈ ਕੌਣ ਸਨ? ਮਾਲਵਾ ਸਿੱਖ ਇਤਿਹਾਸ ਵਿੱਚੋਂ ਸੰਕੇਤ ਮਿਲਦਾ ਕਿ ਭਾਈ ਬੂੜ ਸਿੰਘ ਪਿੰਡ ਬਿੱਜਲ ਸਨ। ਭਾਈ ਬੂੜ ਸਿੰਘ ਬਾਰੇ ਪੂਰਾ ਵੇਰਵਾ ਇਸ ਤਰ੍ਹਾਂ ਦਿੱਤਾ ਗਿਆ ਹੈ। ਉਹਨਾਂ ਦਾ ਜਨਮ 1880 ਨੂੰ ਬਿੰਜਲ ਜ਼ਿਲ੍ਹਾ ਲੁਧਿਆਣੇ ਵਿੱਚ ਹੋਇਆ। 1899 ਵਿੱਚ 54 ਨੰਬਰ ਪਲਟਨ ਵਿੱਚ ਭਰਤੀ ਹੋ ਗਏ। 1906 ਵਿੱਚ ਪਲਟਨ ਵਿੱਚੋਂ ਨਾਮ ਕਟਾ ਕੇ ਅਮਰੀਕਾ ਚਲੇ ਗਏ। ਅਮਰੀਕਾ ਵਿੱਚ ਆਪ ਦਾ ਸੋਹਣਾ ਕਾਰੋਬਾਰ ਚੱਲ ਪਿਆ। ਸੰਨ 1912 ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜਦ ਅਮਰੀਕਾ ਵਿੱਚ ਪੜ੍ਹਨ ਗਏ ਤਾਂ ਸਭ ਤੋਂ ਪਹਿਲਾਂ ਆਪ ਜੀ ਪਾਸ ਹੀ ਠਹਿਰੇ ਸਨ। ਜਦ ਗਦਰ ਪਾਰਟੀ ਕਾਇਮ ਹੋਈ ਤੇ ਗਦਰ ਅਖਬਾਰ ਕੱਢਣ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਬੁੜ ਸਿੰਘ ਜੀ ਨੇ $12,000 ਆਪਣੇ ਪਾਸੋਂ ਦਿੱਤੇ ਅਤੇ ਹੋਰ ਬਹੁਤ ਸਾਰਾ ਇਕੱਠਾ ਕਰਕੇ ਦਿੱਤਾ। ਗਦਰ ਪਾਰਟੀ ਦੇ ਫੈਸਲੇ ਅਨੁਸਾਰ ਜਦ ਅਮਰੀਕਾ ਤੇ ਕਨਾਡਾ ਵਿੱਚ ਰਹਿਣ ਵਾਲੇ ਦੇਸ਼ ਭਗਤਾਂ ਨੂੰ ਵਾਪਿਸ ਆਉਣ ਦਾ ਫੈਸਲਾ ਕੀਤਾ ਤਾਂ ਆਪ ਨੇ ਆਪਣੇ ਪਾਸੋਂ ਮਿਸਟਰ ਪਿੰਗਲੇ, ਮੀ ਗੁਪਤਾ, ਸਰਦਾਰ ਕਰਤਾਰ ਸਿੰਘ ਆਦਿਕ 13 ਦੇਸ਼ ਭਗਤਾਂ ਨੂੰ ਅਮਰੀਕਾ ਤੋਂ ਵਾਪਿਸ ਆਉਣ ਦਾ ਕਿਰਾਇਆ ਦਿੱਤਾ। ਵਾਪਿਸ ਆ ਕੇ ਆਪ ਨੇ ਆਜ਼ਾਦੀ ਦੀ ਜਦੋਜਹਿਦ ਜਾਰੀ ਰੱਖੀ। ਉੜਕ ਆਪ ਮਿਸਰੀ ਵਾਲੇ ਦੇ ਪੁਲ ਪਾਸ ਪੁਲਿਸ ਨਾਲ ਟੱਕਰੇ ਵਿੱਚ 27 ਨਵੰਬਰ 1914 ਨੂੰ ਸ਼ਹੀਦ ਹੋ ਗਏ। ਯੂਲੋ ਕੰਟਰੀ ਵਿੱਚ ਉਸ ਵੇਲੇ ਜ਼ਿਆਦਾਤਰ ਪੰਜਾਬੀ ਵਿਭਾਗਾਂ ਵਿੱਚ ਫਲ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਹਨਾਂ ਦੇ ਨਾਲ ਖੁਰਮਾਨੀਆਂ, ਸੇਬ ਤੇ ਹੋਰ ਫਲਾਂ ਨੂੰ ਤੋੜਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਬਦਲੇ ਉਸ ਨੂੰ ਦਿਹਾੜੀ ਦੇ $2 ਤੋਂ $3 ਉਜਰਤ ਮਿਲ ਜਾਂਦੀ ਸੀ। ਉਸ ਨੇ ਉੱਥੇ 2-3 ਮਹੀਨੇ ਕੰਮ ਕੀਤਾ। ਇਸ ਤੋਂ ਬਾਅਦ ਉਹ ਓਰੇਗਾਨ ਸਟੇਟ ਦੇ ਤਟੀ ਸ਼ਹਿਰ ਅਸਟੋਰੀਆ ਚਲਾ ਗਿਆ, ਜਿੱਥੇ ਉਸ ਦੇ ਆਪਣੇ ਹੀ ਪਿੰਡ ਦੇ ਭਾਈ ਰੁਲਿਆ ਸਿੰਘ ਤੇ ਅਰਜਨ ਸਿੰਘ ਇੱਕ ਲੱਕੜੀ ਦੀ ਮਿੱਲ ਵਿੱਚ ਕੰਮ ਕਰਦੇ ਸਨ। ਕਰਤਾਰ ਸਿੰਘ ਨੇ ਵੀ ਉਹਨਾਂ ਨਾਲ ਰਲ ਕੇ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਜੀਵਨੀਕਾਰਾਂ ਨੇ ਲਿਖਿਆ ਹੈ ਕਿ ਕਰਤਾਰ ਸਿੰਘ 31 ਜੁਲਾਈ 1912 ਨੂੰ ਬੰਦਰਗਾਹ ਤੋਂ ਸਿੱਧਾ ਬਰਕਲੀ ਯੂਨੀਵਰਸਿਟੀ ਚਲਾ ਗਿਆ, ਜਿੱਥੇ ਉਸ ਨੇ ਉਸ ਵੇਲੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਹ ਗੱਲ ਸੱਚੀ ਨਹੀਂ ਜਾਪਦੀ, ਕਿਉਂਕਿ ਬਾਬਾ ਜਵਾਲਾ ਸਿੰਘ ਦੀ ਡਾਇਰੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਦਸੰਬਰ 1912 ਵਿੱਚ ਕਰਤਾਰ ਸਿੰਘ ਸਰਾਭਾ ਅਸਟੋਰੀਆ ਵਿੱਚ ਲੱਕੜੀ ਦੀ ਮਿੱਲ ਵਿੱਚ ਕੰਮ ਕਰਦਾ ਸੀ। ਉੱਥੇ ਬਾਬਾ ਜਵਾਲਾ ਸਿੰਘ ਹੁਣਾਂ ਦੀ ਪ੍ਰੇਰਨਾ ਤੇ ਹੀ ਉਹ ਜਨਵਰੀ ਵਿੱਚ ਬਰਕਲੀ ਜਾ ਕੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਤਿਆਰ ਹੋ ਗਿਆ ਸੀ। ਬਾਬਾ ਜੀ ਇੰਜ ਲਿਖਦੇ ਹਨ: ਦਸੰਬਰ 1912 ਵਿੱਚ ਵੈਨਕੂਵਰੋਂ ਭਾਈ ਭਾਗ ਸਿੰਘ ਤੇ ਭਾਈ ਬਲਦੇਵ ਸਿੰਘ ਦੀ ਚਿੱਠੀ ਆ ਗਈ ਤੇ ਆਪ ਵੈਨਕੂਵਰ ਆਏ ਤੇ ਇੱਥੇ ਕੁਝ ਆਪਸ ਵਿੱਚ ਬਹਿ ਕੇ ਵਿਚਾਰ ਕਰਨੀ ਹੈ। ਮੈਂ ਉਸੇ ਵੇਲੇ ਵੈਨਕੂਵਰ ਨੂੰ ਤਿਆਰ ਹੋ ਗਿਆ। ਬਰਕਲੀ ਜਾ ਕੇ ਨਾਲ ਨੰਦ ਸਿੰਘ ਨੂੰ ਲਿਆ ਤੇ ਸਾਨ ਫਰਾਂਸਿਸਕੋ ਤੋਂ ਪਾਸ ਆਸਟ੍ਰੇਲੀਆ ਨਾਂ ਲੈ ਲਿਆ। ਅਸਾਂ ਆਪਣਾ ਪ੍ਰੋਗਰਾਮ ਇੱਦਾਂ ਬਣਾਇਆ ਕਿ ਰਸਤੇ ਵਿੱਚ ਓਰਗਾਨ ਵਿੱਚੋਂ ਉਗਰਾਹੀ ਕਰਦੇ ਹੋਏ ਵੈਨਕੂਵਰ ਚੱਲਾਂਗੇ।
ਅਸੀਂ ਦੋਵੇਂ ਹੀ ਜਹਾਜ਼ ਵਿੱਚ ਚੜ੍ਹ ਬੈਠੇ ਤੇ ਅਸਟੋਰੀਆ ਜਾ ਉਤਰੇ। ਇੱਥੇ ਇੱਕ ਦਾ ਕਾਰਖਾਨਾ ਹੈ। ਇਸ ਮਸਲੇ ਬਾਰੇ ਇੱਕ ਹੋਰ ਉਗੜਵਾਂ ਤੇ ਉਤੇਜਨਾ ਭਰਿਆ ਤੱਥ ਇਹ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਨਾਲ ਕੰਮ ਕਰਦੇ ਰਹੇ ਗਦਰੀ ਬਾਬਿਆਂ ਜਿਵੇਂ ਬਾਬਾ ਸੋਹਣ ਸਿੰਘ ਜੀ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਊਧਮ ਸਿੰਘ ਕਸੈਲ ਆਦਿ ਚੋਂ ਕਿਸੇ ਨੇ ਵੀ ਆਪਣੀਆਂ ਲਿਖਤਾਂ ਵਿੱਚ ਉਸ ਦੇ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਜ਼ਿਕਰ ਨਹੀਂ ਕੀਤਾ। ਭਾਈ ਪਰਮਾਨੰਦ, ਜਿਹੜਾ ਕਿ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਵਿੱਦਿਆ ਲੈ ਰਿਹਾ ਸੀ, ਨੇ ਵੀ ਆਪਣੀ ਸਵੈ ਜੀਵਨੀ ਵਿੱਚ ਇਹ ਲਿਖਿਆ ਹੈ। ਕਰਤਾਰ ਸਿੰਘ ਸਰਾਭਾ ਉਸ ਵੇਲੇ ਅਮਰੀਕਾ ਅੰਦਰ ਦਿਨੇ ਕੁਝ ਕੰਮ ਕਰਦਾ ਸੀ ਅਤੇ ਕੁਝ ਸਮਾਂ ਇੱਕ ਅਮਰੀਕਾ ਸਕੂਲ ਵਿੱਚ ਪੜ੍ਹਦਾ ਸੀ। ਜੇਕਰ ਸਰਾਭਾ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੁੰਦਾ ਤਾਂ ਭਾਈ ਪਰਮਾਨੰਦ ਨੇ ਇਸ ਦਾ ਜ਼ਿਕਰ ਜ਼ਰੂਰ ਸਪਸ਼ਟ ਸ਼ਬਦਾਂ ਵਿੱਚ ਕੀਤਾ ਹੁੰਦਾ, ਪਰ ਉਸ ਦਾ ਉਪਰੋਕਤ ਬਿਆਨ ਬਹੁਤ ਅਸਪਸ਼ਟ ਹੈ। ਭਾਈ ਹਰਨਾਮ ਸਿੰਘ ਕੋਟਲਾ, ਜਿਸ ਨੇ ਕਰਤਾਰ ਸਿੰਘ ਸਰਾਭਾ ਨਾਲ ਗਦਰ ਅਖਬਾਰ ਦੇ ਦਫ਼ਤਰ ਵਿੱਚ ਇਕੱਠੇ ਕੰਮ ਕੀਤਾ ਸੀ, ਨੇ ਜ਼ਰੂਰ ਇੱਕ ਥਾਂ ਸਰਾਭੇ ਦੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਉਸ ਵੇਲੇ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦੇ ਕੁਝ ਬੰਗਾਲੀ ਵਿਦਿਆਰਥੀਆਂ ਨੇ ਵੀ ਸਰਾਭੇ ਦੇ ਉੱਤੇ ਪੜ੍ਹਨ ਦਾ ਦਾਅਵਾ ਕੀਤਾ ਹੈ, ਪਰ ਉਪਰੋਕਤ ਤੱਥਾਂ ਨੇ ਇਹਨਾਂ ਵਿਦਿਆਰਥੀਆਂ ਦੇ ਸਮੁੱਚੇ ਕਿਰਦਾਰ ਨੂੰ ਦੇਖਦੇ ਹੋਏ ਉਹਨਾਂ ਦੇ ਇਸ ਦਾਅਵੇ ਉੱਤੇ ਸ਼ੱਕ ਖੜਾ ਕੀਤਾ। ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਦੋਂ ਗਦਰ ਅਖਬਾਰ ਚਾਲੂ ਕੀਤਾ ਗਿਆ ਤਾਂ ਭਾਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਲਈ ਬਚਾ ਕੇ ਰੱਖੇ ਸਾਰੇ ਪੈਸੇ ਪਾਰਟੀ ਨੂੰ ਦੇ ਦਿੱਤੇ ਸਨ। ਇਸ ਤੋਂ ਵੀ ਇਹ ਗੱਲ ਪੱਕੀ ਹੁੰਦੀ ਹੈ ਕਿ ਭਾਈ ਸਰਾਭੇ ਨੇ ਆਸਟੋਰੀਆ ਤੋਂ ਆ ਕੇ ਪੜ੍ਹਨ ਦਾ ਇਰਾਦਾ ਤਿਆਗ ਦਿੱਤਾ ਸੀ ਅਤੇ ਉਸ ਵੇਲੇ ਹੀ ਦੇਸ਼ ਦੀ ਆਜ਼ਾਦੀ ਲਈ ਸੋਚਣਾ ਤੇ ਕੰਮ ਕਰਨਾ ਆਰੰਭ ਕਰ ਦਿੱਤਾ ਸੀ। ਵੱਧ ਸੰਭਾਵਨਾ ਇਹ ਸੀ ਕਿ ਅਕਤੂਬਰ ਦੇ ਮਹੀਨੇ ਤੱਕ, ਜਦੋਂ ਤੱਕ ਪਾਰਟੀ ਦਾ ਦਫ਼ਤਰ ਤੇ ਗਦਰ ਅਖਬਾਰ ਚਾਲੂ ਨਹੀਂ ਹੋਇਆ ਸੀ, ਭਾਈ ਕਰਤਾਰ ਸਿੰਘ ਸਰਾਭਾ ਜ਼ਿਆਦਾ ਸਮਾਂ ਹੀ ਜੂਲੋ ਕਾਉਂਟੋ ਵਿੱਚ ਭਾਈ ਬੂੜ ਸਿੰਘ ਹੋਰਾਂ ਪਾਸ ਹੀ ਰਿਹਾ। ਇਸ ਕਰਕੇ ਉਹਨਾਂ ਨੇ ਪਾਰਟੀ ਦੇ ਜਲਸਿਆਂ ਦੀ ਸ਼ੁਰੂਆਤ ਮਾਰਚ 1913 ਵਿੱਚ ਜੂਲੋ ਤੋਂ ਹੀ ਕੀਤੀ ਸੀ। ਇਸ ਤੋਂ ਇਲਾਵਾ ਇਹ ਵੀ ਜਾਪਦਾ ਹੈ ਕਿ ਇਸ ਸਮੇਂ ਦੌਰਾਨ ਉਸਦਾ ਬਰਕਲੀ ਯੂਨੀਵਰਸਿਟੀ ਵਿੱਚ ਲਗਾਤਾਰ ਆਉਣ ਜਾਣ ਬਣਿਆ ਹੋਇਆ ਸੀ ਅਤੇ ਉਹ ਲਾਲਾ ਹਰਦਿਆਲ ਤੇ ਭਾਰਤੀ ਵਿਦਿਆਰਥੀਆਂ ਨੂੰ ਅਕਸਰ ਮਿਲਦਾ ਰਹਿੰਦਾ ਸੀ। ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਮਈ 1914 ਵਿੱਚ ਗਦਰ ਪਾਰਟੀ ਦੀ ਸਥਾਪਨਾ ਕਰਨ ਬਾਅਦ ਜਦੋਂ ਲਾਲਾ ਹਰਦਿਆਲ ਬਿਲਕੁਲ ਢਿੱਲਾ ਪੈ ਗਿਆ ਸੀ, ਉਸ ਨੇ ਕਈ ਮਹੀਨਿਆਂ ਤੱਕ ਪਾਰਟੀ ਵੱਲੋਂ ਸੌਂਪੇ ਕਾਰਜ ਨਿਭਾਉਣ ਦਾ ਕੋਈ ਉਦਮ ਨਹੀਂ ਕੀਤਾ ਸੀ, ਤਾਂ ਉਸ ਨੂੰ ਕਰਤਾਰ ਸਿੰਘ ਸਰਾਭਾ ਨੇ ਹੀ ਝੰਜੋੜ ਕੇ ਸਰਗਰਮ ਹੋਣ ਲਈ ਪ੍ਰੇਰਿਆ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਦੌਰਾਨ ਭਾਵ ਜੂਨ ਤੋਂ ਲੈ ਕੇ ਸਤੰਬਰ ਤੱਕ ਸਰਾਭਾ ਕੈਲੀਫੋਰਨੀਆ ਵਿੱਚ ਲਗਾਤਾਰ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ ਸੀ। ਉਪਰੋਕਤ ਤੱਥ ਉਸ ਰਾਸ਼ਟਰਵਾਦੀ ਬਿਰਤਾਂਤ ਨੂੰ ਰੱਦ ਕਰ ਦਿੰਦੇ ਹਨ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਭਾਈ ਕਰਤਾਰ ਸਿੰਘ ਸਰਾਭਾ ਅੰਦਰ ਦੇਸ਼ ਭਗਤੀ ਦੀ ਜਾਗ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਲਾਲਾ ਹਰਦਿਆਲ ਤੇ ਹੋਰਨਾਂ ਭਾਰਤੀ ਵਿਦਿਆਰਥੀਆਂ ਦੀ ਸੰਗਤ ਕਰਕੇ ਪੈਦਾ ਹੋਈ ਸੀ। ਇਸ ਬਾਰੇ ਜੋੜੀਆਂ ਤੇ ਫੈਲਾਈਆਂ ਗਈਆਂ ਸਾਰੀਆਂ ਕਹਾਣੀਆਂ ਝੂਠੀਆਂ ਸਿੱਧ ਹੋ ਜਾਂਦੀਆਂ ਹਨ, ਕਿਉਂਕਿ ਸੱਚ ਇਹ ਹੈ ਕਿ ਸਰਾਭਾ ਆਸਟੋਰੀਆ ਤੋਂ ਮੁੜਨ ਵੇਲੇ ਤੱਕ ਇਨਕਲਾਬੀ ਸੱਚੇ ਵਿੱਚ ਢਲ ਚੁੱਕਾ ਸੀ। ਉੱਤਰੀ ਅਮਰੀਕਾ ਵਿੱਚ ਭਾਰਤੀਆਂ ਦੀ ਦੁਰਦਸ਼ਾ, ਸਿੱਖ ਪ੍ਰਤੀਕਰਮ ਦੀ ਵਿਲੱਖਣਤਾ। 20ਵੀਂ ਸਦੀ ਦਾ ਆਗਾਜ਼ ਹੁੰਦਿਆਂ ਹੀ ਹਿੰਦੁਸਤਾਨੀ ਅਮਰੀਕਾ ਤੇ ਕੈਨੇਡਾ ਵਿੱਚ ਚੋਖੀ ਸੰਖਿਆ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਵਿੱਚੋਂ ਥੋੜ੍ਹੇ ਜਿਹੇ 200 ਦੇ ਕਰੀਬ ਨੌਜਵਾਨ ਵਿਦਿਆਰਥੀ ਸਨ ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਦੇ ਇਰਾਦੇ ਨਾਲ ਆਏ ਸਨ। ਵੱਡਾ ਵਰਗ ਪੇਂਡੂ ਕਿਸਾਨਾਂ ਦਾ ਸੀ ਜਿਹੜੇ ਕਿਰਤ ਕਮਾਈ ਕਰਕੇ ਆਪਣੀ ਆਰਥਿਕ ਹੈਸੀਅਤ ਬਿਹਤਰ ਕਰਨ ਦੇ ਮਕਸਦ ਨਾਲ ਆਪਣਾ ਦੇਸ਼ ਛੱਡ ਕੇ ਪਰਦੇਸੀ ਬਣੇ ਸਨ। ਜਿੱਥੇ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਬੰਗਾਲੀਆਂ ਦੀ ਸੀ, ਉੱਥੇ ਪੇਂਡੂ ਕਿਸਾਨਾਂ ਵਿੱਚੋਂ ਥੋੜ੍ਹੇ ਜਿਹਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸਨ। ਪਹਿਲ ਅਮਰੀਕਾ ਵਿੱਚ ਨਾਲ ਕੈਨੇਡਾ ਵਿੱਚ ਵੱਧ ਆਵਾਸੀ ਪਹੁੰਚੇ। ਉੱਥੇ ਉਹ ਮੁੱਖ ਤੌਰ 'ਤੇ ਲੱਕੜੀ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਦੇ ਸਨ। ਵੈਨਕੂਵਰ ਸਿੱਖ ਆਵਾਸੀਆਂ ਦਾ ਮੁੱਖ ਅੱਡਾ ਬਣ ਗਿਆ ਸੀ। ਇਸ ਤੋਂ ਇਲਾਵਾ ਵਿਕਟੋਰੀਆ ਤੇ ਐਬਸਟੋਫਰਡ ਵਿੱਚ
ਵੀ ਉਹਨਾਂ ਦੀ ਕਾਫੀ ਵੰਸ਼ੋ ਹੋ ਗਈ ਸੀ। ਅਮਰੀਕਾ ਤੇ ਕੈਨੇਡਾ ਦੀ ਸਰਹੱਦ ਨਾਲ ਲੱਗਵੇਂ ਇਲਾਕਿਆਂ ਸਿਆਟਲ, ਵਾਸ਼ਿੰਗਟਨ ਸਟੇਟ ਦੇ ਓਰੇਗਨ ਸਟੇਟ ਵਿੱਚ ਵੀ ਚੋਖੀ ਗਿਣਤੀ ਵਿੱਚ ਭਾਰਤੀ ਆਵਾਸੀ ਪਹੁੰਚ ਚੁੱਕੇ ਸਨ। ਉੱਥੇ ਵੀ ਉਹ ਮੁੱਖ ਤੌਰ ਤੇ ਲੱਕੜੀ ਦੀਆਂ ਮਿੱਲਾਂ ਜਾਂ ਰੇਲਵੇ ਲਾਈਨਾਂ ਦੀ ਵਿਛਾਈ ਦੇ ਕੰਮ ਵਿੱਚ ਲੱਗ ਗਏ ਸਨ। ਇਸ ਤੋਂ ਇਲਾਵਾ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਵੀ ਸਿੱਖਾਂ ਦੀ ਆਬਾਦੀ ਤੇ ਤਕੜੀ ਸੰਖਿਆ ਸੀ, ਜਿੱਥੇ ਉਹ ਜ਼ਿਆਦਾਤਰ ਖੇਤੀ ਦਾ ਕੰਮ ਕਰਦੇ ਸਨ। ਬਹੁਤੇ ਮਜ਼ਦੂਰੀ ਕਰਦੇ ਸਨ, ਜਦਕਿ ਕੁਝ ਠੇਕੇ ਤੇ ਫਾਰਮ ਲੈ ਕੇ ਆਪਣੀ ਖੇਤੀ ਕਰਦੇ ਸਨ। ਬੇਗਾਨੀ ਧਰਤੀ ਉੱਤੇ ਆਪਣੇ ਪੈਰ ਜਮਾਉਣ ਲਈ ਹਿੰਦੁਸਤਾਨੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ, ਦੋਨੋਂ ਜਿਸਮਾਨੀ ਤੇ ਮਾਨਸਿਕ, ਵਿੱਚੋਂ ਗੁਜ਼ਰਨਾ ਪਿਆ। ਸਭ ਤੋਂ ਵੱਡੀ ਤੰਗੀ ਨਸਲੀ ਵਿਤਕਰਾ ਸੀ। ਉਸ ਵੇਲੇ ਅਮਰੀਕਾ ਕੈਨੇਡਾ ਅੰਦਰ ਨਸਲ ਪ੍ਰਸਤੀ ਦਾ ਬੋਲਬਾਲਾ ਸੀ। ਗੋਰੀ ਨਸਲ ਦੇ ਲੋਕ ਆਪਣੇ ਆਪ ਨੂੰ ਸਾਰਿਆਂ ਨਾਲੋਂ ਉੱਤਮ ਤੇ ਦੂਸਰੀਆਂ ਨਸਲਾਂ ਦੇ ਲੋਕਾਂ ਨੂੰ ਹੀਣੇ ਤੇ ਘਟੀਆ ਸਮਝਦੇ ਸਨ। ਇਸ ਨਸਲਵਾਦੀ ਸੋਚ ਕਰਕੇ ਉਹ ਹਿੰਦੁਸਤਾਨੀਆਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ। ਗੋਰੇ ਮਾਲਕ ਹਿੰਦੁਸਤਾਨੀਆਂ ਨੂੰ ਕੰਮ ਦੇਣ ਤੋਂ ਨੱਕ ਬੁੱਲ ਚੜਾਉਂਦੇ ਸਨ। ਗੋਰੇ ਮਜ਼ਦੂਰ ਹਿੰਦੁਸਤਾਨੀ ਮਜ਼ਦੂਰਾਂ ਨਾਲ ਦੁਰਵਿਹਾਰ ਕਰਦੇ ਤੇ ਇਕੱਠੇ ਹੋ ਕੇ ਉਹਨਾਂ ਦੀ ਕੁੱਟਮਾਰ ਕਰਨ ਤੱਕ ਜਾਂਦੇ ਸਨ। ਪਬਲਿਕ ਥਾਵਾਂ ਉੱਤੇ ਹਿੰਦੁਸਤਾਨੀਆਂ ਨੂੰ ਗੋਰਿਆਂ ਦੇ ਬਰਾਬਰ ਵਿਚਰਨ ਦਾ ਹੱਕ ਨਹੀਂ ਸੀ। ਉਹਨਾਂ ਨੂੰ ਪੈਰ ਪੈਰ ਤੇ ਜਲੀਲ ਕਰਕੇ ਹੀਨੋ-ਹੀਨ ਦਾ ਅਹਿਸਾਸ ਕਰਾਇਆ ਜਾਂਦਾ ਸੀ। ਗਦਰੀ ਬਾਬਿਆਂ ਨੇ ਆਪਣਾ ਸਵੈ ਕਥਨਾਂ ਅੰਦਰ ਇਸ ਬਾਰੇ ਆਪਣੇ ਕੁਝ ਕੁ ਤਲਖ ਤਜਰਬਿਆਂ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਕੀਤਾ ਹੈ। ਗਦਰੀ ਬਾਬਾ ਹਰਜਾਬ ਜੀ ਲਿਖਦੇ ਹਨ, ਅਮਰੀਕਾ ਵਿੱਚ ਰੇਲ ਗੱਡੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਹੁੰਦੀਆਂ ਹਨ। ਇੱਕ ਉਹ ਜਿਨ੍ਹਾਂ ਵਿੱਚ ਤੰਬਾਕੂ ਪੀਣ ਵਾਲੇ ਬਹਿੰਦੇ ਹਨ ਤੇ ਦੂਜੇ ਡੱਬੇ ਦੂਸਰੇ ਸੱਜਣਾਂ ਵਾਸਤੇ ਹੁੰਦੇ ਹਨ। ਇਹ ਗੱਲ ਹਰ ਇੱਕ ਆਦਮੀ ਜਾਣਦਾ ਹੈ ਕਿ ਤੰਬਾਕੂ ਨਾ ਪੀਣ ਵਾਲੇ ਸੱਜਣ ਨੂੰ ਜੇ ਇਸ ਦੇ ਸੇਵਨ ਕਰਨ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਜਾਵੇ ਤਾਂ ਉਸ ਦਾ ਦਮ ਘੁੱਟਣ ਲੱਗ ਪੈਂਦਾ ਹੈ। ਪਰ ਸਿੱਖਾਂ ਲਈ ਜੋ ਤੰਬਾਕੂ ਨੂੰ ਮਜ਼ਹਬੀ ਤੌਰ ਉੱਤੇ ਹਰਾਮ ਸਮਝਦੇ ਸਨ, ਅਜਿਹੇ ਕਮਰਿਆਂ ਵਿੱਚ ਬੈਠਣਾ ਤਾਂ ਨਰਕ ਦੇ ਬਰਾਬਰ ਹੋ ਜਾਂਦਾ ਹੈ। ਪਰ ਸਾਡੀ ਬਦਕਿਸਮਤੀ ਕਿ ਰੇਲ ਦੇ ਹਾਕਮਾਂ ਵੱਲੋਂ ਸਾਨੂੰ ਉਹਨਾਂ ਡੱਬਿਆਂ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਸਾਰੀ ਕਾਰਵਾਈ ਰੰਗ ਦੇ ਨਸਲ ਦਾ ਭੇਦ ਕਰਕੇ ਹੀ ਕੀਤੀ ਜਾਂਦੀ ਸੀ। ਜਮਹੂਰੀਅਤ ਪਸੰਦ ਅਮਰੀਕਨ ਗੋਰੇ ਸਾਡੇ ਕਾਲੇ ਰੰਗ ਵਾਲਿਆਂ ਨਾਲ ਨਫ਼ਰਤ ਕਰਦੇ ਸਨ। ਸਿੱਖਾਂ ਨੇ ਅਜਿਹੇ ਡੱਬਿਆਂ ਵਿੱਚ ਸਫ਼ਰ ਕਰਨ ਲਈ ਆਪਣੀਆਂ ਮੁਸ਼ਕਲਾਂ ਦੀ ਸ਼ਿਕਾਇਤ ਕਈ ਵਾਰ ਕੀਤੀ, ਪਰ ਕਿਸੇ ਨੇ ਕੁਝ ਨਾ ਸੁਣਿਆ। ਕਈ ਵਾਰ ਝਗੜੇ ਵੀ ਹੋਏ, ਤੂੰ ਮੈਂ ਤੱਕ ਵੀ ਗੱਲ ਪੁੱਜ ਜਾਂਦੀ। ਕਈ ਵਾਰ ਨਾ ਕੇਵਲ ਆਮ ਡੱਬਿਆਂ ਵਿੱਚ ਬੈਠਣ ਤੋਂ ਸਾਡੇ ਭਰਾਵਾਂ ਨੂੰ ਰੋਕਿਆ ਹੀ ਜਾਂਦਾ, ਸਗੋਂ ਘਣੇ ਜੰਗਲਾਂ ਵਿੱਚ ਗੱਡੀ ਨੂੰ ਰੋਕ ਕੇ ਜ਼ਬਰਦਸਤੀ ਧੱਕੇ ਮਾਰ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਇਹ ਘਟਨਾ ਇੱਕ ਵੇਰ ਭਾਈ ਰਤਨ ਸਿੰਘ ਜੀ ਸਾਬਕਾ ਪ੍ਰਧਾਨ ਗਦਰ ਪਾਰਟੀ ਨਾਲ ਵੀ ਵਾਪਰੀ। ਉਹ ਪ੍ਰੇਜਵਿਲ ਤੋਂ ਕਲੂਸਾ ਨੂੰ ਜਾਣ ਵਾਲੀ ਬ੍ਰਾਂਚ ਲਾਈਨ ਦੇ ਇੱਕ ਡੱਬੇ ਵਿੱਚ ਸਫ਼ਰ ਕਰ ਰਹੇ ਸਨ। ਰੇਲਵੇ ਅਫਸਰ ਨੇ ਇਸ ਉੱਤੋਂ ਇਤਰਾਜ਼ ਕੀਤਾ। ਭਾਈ ਰਤਨ ਸਿੰਘ ਜੀ ਨੇ ਆਪਣੇ ਧਾਰਮਿਕ ਨਿਸ਼ਚੇ ਨੂੰ ਚੰਗੀ ਤਰ੍ਹਾਂ ਪ੍ਰਗਟ ਵੀ ਕੀਤਾ ਤੇ ਉਸ ਕਮਰੇ ਵਿੱਚ ਬੈਠਣ ਲਈ ਜਿੱਦ ਕੀਤੀ, ਜਿਸ ਤੇ ਉੱਥੇ ਹੀ ਗੱਡੀ ਖੜੀ ਕਰਕੇ ਕੁਝ ਗੋਰਿਆਂ ਦੀ ਸਹਾਇਤਾ ਨਾਲ ਜ਼ਬਰਦਸਤੀ ਗੱਡੀ ਤੋਂ ਉਤਾਰ ਦਿੱਤਾ ਗਿਆ। ਆਪ ਨੇ ਉਸ ਰੇਲਵੇ ਅਫਸਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਉਦਮ ਵੀ ਕੀਤਾ, ਪਰ ਕੋਈ ਗਵਾਹ ਨਾ ਮਿਲਣ ਕਰਕੇ ਸਾਰਾ ਮਾਮਲਾ ਉੱਥੇ ਹੀ ਰਹਿ ਗਿਆ। ਇਸੇ ਤਰ੍ਹਾਂ ਈਸਾਈਆਂ ਦੇ ਦਸਤੂਰ ਮੁਤਾਬਕ ਅਮਰੀਕਾ ਸਮੇਤ ਯੂਰਪੀ ਮੁਲਕਾਂ ਵਿੱਚ ਅਦਾਲਤਾਂ ਦੇ ਅੰਦਰ ਸਤਿਕਾਰ ਵਜੋਂ ਟੋਪੀ ਉਤਾਰ ਕੇ ਬੈਠਣ ਦਾ ਰਿਵਾਜ ਹੈ। ਇਸ ਮੁਤਾਬਕ ਪਹਿਲੇ ਸਮਿਆਂ ਵਿੱਚ ਅਮਰੀਕਾ ਅੰਦਰ ਹਿੰਦੁਸਤਾਨੀਆਂ ਨੂੰ ਅਦਾਲਤ ਅੰਦਰ ਪਗੜੀ ਉਤਾਰ ਕੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਬਾਬਾ ਹਰਜਾਬ ਸਿੰਘ ਜੀ ਮੁਤਾਬਕ ਆਮ ਹਿੰਦੁਸਤਾਨੀ ਤਾਂ ਇਸ ਨੂੰ ਸ਼ਾਇਦ ਸਧਾਰਨ ਬੇਇੱਜ਼ਤੀ ਹੀ ਖਿਆਲ ਕਰੇ, ਪਰ ਸਿੱਖਾਂ ਲਈ ਸਿਰ ਉੱਤੇ ਦਸਤਾਰ ਰੱਖਣੀ ਉਨੀ ਹੀ ਪਵਿੱਤਰ ਹੈ ਜਿੰਨਾ ਯੂਰਪੀ ਹਿੰਦੁਸਤਾਨੀਆਂ ਨੇ ਲੋਕਾਂ ਲਈ ਅਦਾਲਤਾਂ ਦਾ ਸਤਿਕਾਰ। ਕਈ ਵਾਰ ਇਸ ਰਸਮ ਦੇ ਵਿਰੁੱਧ ਹਿੰਦੁਸਤਾਨੀਆਂ ਨੇ ਸਖਤ ਰੋਸ ਕੀਤਾ ਤੇ ਜੱਜਾਂ ਨੂੰ ਆਪਣਾ ਪੱਖ ਸਮਝਾਉਣ ਦੇ ਯਤਨ ਵੀ ਕੀਤੇ। ਕਿਤੇ ਕੋਈ ਚੰਗਾ ਜੱਜ ਹਿੰਦੁਸਤਾਨੀਆਂ ਦੀ ਇਸ ਮੰਗ ਨੂੰ ਮੰਨ ਜਾਂਦਾ ਸੀ, ਪਰ ਬਹੁਤੀ ਵੇਰ ਉਹਨਾਂ ਨੂੰ ਪਗੜੀ ਲਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਜਦ ਕੋਈ ਹਿੰਦੁਸਤਾਨੀ ਪਗੜੀ ਲਾਉਣ ਦਾ ਮੰਨਦਾ ਤਾਂ ਪੁਲਿਸ ਜ਼ਬਰਦਸਤੀ ਅਜਿਹਾ ਕਰ ਦਿੰਦੀ ਸੀ।
ਬਾਬਾ ਸੋਹਣ ਸਿੰਘ ਜੀ ਭਕਨਾ ਨੇ ਆਪਣੀ ਆਤਮ ਕਥਾ ਅੰਦਰ ਹਿੰਦੁਸਤਾਨੀਆਂ ਨਾਲ ਅਮਰੀਕਾ ਅੰਦਰ ਹੁੰਦੇ ਨਸਲੀ ਭੇਦਭਾਵ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ। ਉਹਨਾਂ ਲਿਖਿਆ ਹੈ ਕਿ ਇੱਕ ਹਿੰਦੁਸਤਾਨੀ ਜੈਂਟਲਮੈਨ ਮੈਨੂੰ ਮਿਨਾਰਕ ਮਿਲ ਵਿੱਚ ਮਿਲਣ ਆਏ। ਮੈਂ ਉਹਨਾਂ ਨੂੰ ਪੋਰਟਲੈਂਡ ਸ਼ਹਿਰ ਦਿਖਾਉਣ ਨਾਲ ਲੈ ਗਿਆ। ਉੱਥੇ ਸਾਨੂੰ ਫਿਰਦਿਆਂ ਤੁਰਦਿਆਂ ਦੁਪਹਿਰਾ ਹੋ ਗਿਆ ਤੇ ਪ੍ਰਸ਼ਾਦਾ ਛਕਣ ਦਾ ਵੇਲਾ ਪੁੱਗ ਗਿਆ। ਅਸੀਂ ਦੋਵੇਂ ਪ੍ਰਸ਼ਾਦਾ ਛਕਣ ਲਈ ਇੱਕ ਅਮਰੀਕਨ ਹੋਟਲ ਵਿੱਚ ਜਾ ਬੈਠੇ। ਜਦੋਂ ਬੈਠਿਆਂ ਦੇਰ ਚਿਰ ਹੋ ਗਿਆ ਪਰ ਹੋਟਲ ਦਾ ਕੋਈ ਸੇਵਾਦਾਰ ਸਾਡੇ ਪਾਸ ਨਾ ਆਇਆ ਤਾਂ ਅਸੀਂ ਇੱਕ ਨੌਕਰ ਨੂੰ ਸੱਦ ਕੇ ਖਾਣਾ ਲਿਆਉਣ ਲਈ ਆਖਿਆ। ਉਹ ਸੁਣ ਕੇ ਪਿਛਲੇ ਪੈਰੀ ਮੁੜ ਗਿਆ ਤੇ ਥੋੜ੍ਹੇ ਚਿਰ ਪਿੱਛੋਂ ਆ ਕੇ ਆਖਣ ਲੱਗਾ ਕਿ ਹੋਟਲ ਦਾ ਮੈਨੇਜਰ ਕਹਿੰਦਾ ਹੈ ਆਪ ਲੋਕ ਇੱਥੇ ਅੰਨ ਪਾਣੀ ਨਹੀਂ ਛਕ ਸਕਦੇ। ਆਪ ਨੂੰ ਇੱਥੇ ਪ੍ਰਸ਼ਾਦਾ ਛਕਣ ਦੀ ਆਗਿਆ ਦੇਵਾਂਗਾ ਤਾਂ ਸਾਰੇ ਗੋਰੇ ਮੇਰੇ ਹੋਟਲ ਨੂੰ ਬਾਈਕਾਟ ਕਰ ਦੇਣਗੇ। ਇਹ ਸੁਣ ਕੇ ਅਸੀਂ ਉੱਥੋਂ ਨਿਕਲ ਆਏ ਤੇ ਇੱਕ ਜਾਪਾਨੀ ਹੋਟਲ ਵਿੱਚ ਪ੍ਰਸ਼ਾਦਾ ਛਕਿਆ। ਬਾਬਾ ਭਕਨਾ ਜੀ ਵੱਲੋਂ ਆਪਣੇ ਸਿੱਖ ਭਰਾਵਾਂ ਨਾਲ ਰਲ ਕੇ ਵਪਾਰ ਕਰਨ ਦੀ ਕੀਤੀ ਗਈ ਕੋਸ਼ਿਸ਼ ਦਾ ਅਮਰੀਕੀ ਕੰਪਨੀਆਂ ਨੇ ਜੋ ਹਾਸਲ ਕੀਤਾ ਉਸ ਦਾ ਦੁਖੀ ਲਹਿਜੇ ਵਿੱਚ ਵਰਣਨ ਕਰਦਿਆਂ ਬਾਬਾ ਜੀ ਨੇ ਇਹ ਨਿਚੋੜ ਕੱਢਿਆ। ਉਹਨਾਂ ਅਨੁਸਾਰ ਅਮਰੀਕਨ ਕੰਪਨੀਆਂ ਸਾਡੇ ਵਪਾਰ ਨੂੰ ਹਾਰ ਨਹੀਂ ਸਕਦੀਆਂ। ਉਹ ਨਹੀਂ ਚਾਹੁੰਦੀਆਂ ਕਿ ਹਿੰਦੁਸਤਾਨੀ ਵੀ ਆਪਣਾ ਵਪਾਰ ਅਮਰੀਕਾ ਵਿੱਚ ਫੈਲਾ ਸਕਣ। ਅੰਤ ਵਿੱਚ ਆਪਣੀ ਗੁਲਾਮੀ ਉੱਤੇ ਚਾਰ ਅਥਰੂ ਕੇਰਦਿਆਂ ਹੋਇਆਂ ਅਸੀਂ ਆਪਣੀ ਕੰਪਨੀ ਤੋੜ ਦਿੱਤੀ। ਇਸ ਠੋਕਰ ਦਾ ਮੇਰੇ ਦਿਲ ਬਹੁਤ ਡੂੰਘਾ ਅਸਰ ਹੋਇਆ ਤੇ ਮੈਂ ਚੰਗੀ ਤਰ੍ਹਾਂ ਸਮਝ ਗਿਆ ਭਾਈ ਗੁਲਾਮੀ ਕੌਮਾਂ ਲਿਆਕਤ ਰੱਖਦੀਆਂ ਹੋਈਆਂ ਵੀ ਸੰਸਾਰ ਵਿੱਚ ਵਪਾਰ ਆਦਿ ਕੁਝ ਨਹੀਂ ਕਰ ਸਕਦੀਆਂ। ਅੱਜ ਕੱਲ੍ਹ ਉਹ ਕੌਮਾਂ ਦੁਨੀਆ ਵਿੱਚ ਵਪਾਰ ਕਰ ਸਕਦੀਆਂ ਹਨ ਜੋ ਇੱਟ ਦਾ ਜਵਾਬ ਪੱਥਰ ਦੇਣ ਦੀ ਸਮਰੱਥਾ ਰੱਖਦੀਆਂ ਹਨ। ਵਪਾਰ ਵਾਂਗੂ ਹੀ ਖੇਤੀ ਵਿੱਚ ਵੀ ਹਿੰਦੁਸਤਾਨੀਆਂ ਨਾਲ ਸਹਿਰਣ ਭੇਦਭਾਵ ਵਰਤਿਆ ਗਿਆ। ਬਾਬਾ ਸੋਹਣ ਸਿੰਘ ਜੀ ਭਕਨਾ ਨੇ ਇਸ ਦਾ ਵੇਰਵਾ ਇਸ ਤਰ੍ਹਾਂ ਪੇਸ਼ ਕੀਤਾ। ਜਦੋਂ ਹਿੰਦੁਸਤਾਨੀਆਂ ਨੇ ਆਪਣਾ ਕਿਰਤ ਕਮਾਈ ਵਿੱਚੋਂ ਕੁਝ ਰੁਪਏ ਜੋੜ ਕੇ ਓਰੇਗਨ, ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿ ਰਿਆਸਤਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿੱਚ ਕਿਸਾਨਾਂ ਦੀਆਂ ਛੋਟੀਆਂ ਕੰਪਨੀਆਂ ਬਣਾ ਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸ ਨੇ ਇੱਕ ਕਾਨੂੰਨ ਬਣਾ ਦਿੱਤਾ ਜਿਸ ਅਨੁਸਾਰ ਕੋਈ ਏਸ਼ੀਆਈ ਜਾਂ ਪੂਰਬੀ ਅਮਰੀਕਾ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਤੇ ਨਾ ਹੀ ਅਮਰੀਕਾ ਦਾ ਵੰਸ਼ਨਿਕ ਬਣ ਸਕਦਾ ਹੈ। ਇਹ ਕਾਨੂੰਨ ਜਾਪਾਨੀਆਂ ਤੇ ਹਿੰਦੁਸਤਾਨੀਆਂ ਦੀ ਅਮਰੀਕਾ ਵਿੱਚ ਵੱਧ ਰਹੀ ਉન્નਤੀ ਨੂੰ ਰੋਕਣ ਲਈ ਘੜਿਆ ਗਿਆ ਸੀ। ਖੈਰ, ਜਾਪਾਨ ਆਜ਼ਾਦ ਮੁਲਕ ਹੋਣ ਕਰਕੇ ਉੱਤੇ ਤਾਂ ਇਸ ਦਾ ਕੀ ਅਸਰ ਹੋਣਾ ਸੀ, ਪਰ ਇਸ ਕਾਨੂੰਨ ਨੇ ਗੁਲਾਮ ਹਿੰਦੀਆਂ ਦੀ ਉન્નਤੀ ਦਾ ਬੂਹਾ ਉੱਕਾ ਹੀ ਬੰਦ ਕਰ ਦਿੱਤਾ। ਹੁਣੇ ਉਹ ਮਜ਼ਦੂਰੀ ਤੋਂ ਬਿਨਾਂ ਹੋਰ ਕੋਈ ਸੁਤੰਤਰ ਕੰਮ ਨਹੀਂ ਸੀ ਕਰ ਸਕਦੇ, ਇੱਥੇ ਤੱਕ ਕਿ ਆਪਣੀ ਜ਼ਮੀਨ ਖਰੀਦ ਕੇ ਵਾਹੀ ਆਦਿਕ ਦਾ ਕੰਮ ਕਰਨ ਵੱਲੋਂ ਵੀ ਹੱਥਲ ਕਰਕੇ ਬਹਾ ਦਿੱਤਾ। ਵਪਾਰ ਤੇ ਵਾਹੀ ਤੋਂ ਛੁੱਟ ਹੁਣ ਸਾਡੀ ਮਜ਼ਦੂਰੀ ਵੀ ਅਮਰੀਕਨਾਂ ਦੀਆਂ ਅੱਖਾਂ ਦਾ ਕੰਢਾ ਬਣ ਗਈ ਸੀ। ਉੱਥੋਂ ਦਾ ਮਜ਼ਦੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਹੱਥ ਧੋ ਕੇ ਪਿੱਛੇ ਪੈ ਗਿਆ। 1908 ਦੇ ਅਖੀਰ ਵਿੱਚ 2 ਲੱਕੜੀ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਕੇ ਕੱਢ ਦਿੱਤਾ। ਇਹਨਾਂ ਕਾਰਖਾਨਿਆਂ ਦੇ ਨਾਮ ਅਲਬਰਟ ਤੇ ਵਿਲੀਅਮ ਸਨ। ਇਸ ਤੋਂ ਛੁੱਟ ਰੇਲ ਗੱਡੀਆਂ, ਟ੍ਰੈਮਵੇਆਂ, ਹੋਟਲਾਂ, ਸੜਕਾਂ ਤੇ ਥੀਏਟਰਾਂ ਵਿੱਚ ਹੁਣ ਅਮਰੀਕਨ ਹਿੰਦੁਸਤਾਨੀਆਂ ਤੋਂ ਖੁੱਲ੍ਹੀ ਘਿਰਨਾ ਕਰਨ ਲੱਗ ਪਏ। ਨਸਲੀ ਵਿਤਕਰੇ ਦੀ ਸਮੱਸਿਆ ਦਾ ਵਰਗ ਵਿਸ਼ੇਸ਼ ਖਾਸਾ। ਰਾਸ਼ਟਰਵਾਦੀ ਬਿਰਤਾਂਤ ਅੰਦਰ ਨਸਲੀ ਵਿਤਕਰੇ ਨੂੰ ਸਾਰੇ ਭਾਰਤੀ ਆਵਾਸੀਆਂ ਦੀ ਸਾਂਝੀ ਸਮੱਸਿਆ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਇਸ ਨੇ ਸਾਰੇ ਭਾਰਤੀ ਆਵਾਸੀਆਂ ਨੂੰ ਇੱਕੋ ਜਗ੍ਹਾ ਜਾਂ ਇੱਕੋ ਤਰ੍ਹਾਂ ਪ੍ਰਭਾਵਿਤ ਕੀਤਾ, ਪਰੰਤੂ ਹਕੀਕਤ ਵਿੱਚ ਨਸਲੀ ਵਿਤਕਰੇ ਦਾ ਅਲੱਗ ਵਰਗਾਂ ਉੱਤੇ ਵੱਖ ਪ੍ਰਭਾਵ ਪਿਆ ਅਤੇ ਉਹਨਾਂ ਨੇ ਇਸ ਵਿਰੁੱਧ ਆਪੋ ਆਪਣੀ ਵਿਸ਼ੇਸ਼ਤਾ ਮੁਤਾਬਕ ਪ੍ਰਤੀਕਰਮ ਪ੍ਰਗਟਾਇਆ। ਸਿੱਖਾਂ ਨੂੰ ਆਪਣੇ ਨਿਵੇਕਲੇ ਸਰੂਪ ਕਰਕੇ ਦੂਸਰੇ ਧਰਮਾਂ ਦੇ ਹਿੰਦੁਸਤਾਨੀ ਵਾਸੀਆਂ ਨਾਲੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਿੰਦੂਆਂ ਤੇ ਮੁਸਲਮਾਨਾਂ ਨਾਲ ਜਿਹੜਾ ਵਿਤਕਰਾ ਹੁੰਦਾ ਸੀ ਉਸ ਦਾ ਆਧਾਰ ਨਸਲੀ ਸੀ।
ਉਹਨਾਂ ਲਈ ਸਰੂਪ ਦੀ ਕੋਈ ਸਮੱਸਿਆ ਨਹੀਂ ਸੀ। ਉਹਨਾਂ ਨੂੰ ਈਸਾਈ ਦਸਤੂਰ ਮੁਤਾਬਕ ਅਦਾਲਤ ਅੰਦਰ ਨੰਗੇ ਸਿਰ ਬੈਠਣ ਵਿੱਚ ਕੋਈ ਮਾਨਸਿਕ ਔਕੜ ਨਹੀਂ ਸੀ ਆਉਂਦੀ। ਇਸੇ ਤਰ੍ਹਾਂ ਉਹਨਾਂ ਨੇ ਰੇਲ ਗੱਡੀਆਂ ਅੰਦਰ ਤੰਬਾਕੂ ਪੀਣ ਵਾਲੇ ਲੋਕਾਂ ਨਾਲ ਬੈਠਣ ਵਿੱਚ ਉਨੀ ਤੰਗੀ ਨਹੀਂ ਸੀ ਆਉਂਦੀ ਜਿੰਨੀ ਸਿੱਖਾਂ ਨੂੰ ਹੁੰਦੀ ਸੀ। ਮਿੱਲਾਂ ਅੰਦਰ ਕੰਮ ਦੇਣ ਵੇਲੇ ਸਿੱਖਾਂ ਉੱਤੇ ਪਗੜੀਆਂ ਉਤਾਰ ਕੇ ਟੋਪੀਆਂ ਪਾਉਣ ਦੀ ਸ਼ਰਤ ਮੜੀ ਜਾਂਦੀ ਸੀ। 1907 ਵਿੱਚ ਵੈਨਕੂਵਰ ਤੋਂ ਕੁਝ ਸਿੰਘ ਕੰਮ ਦੀ ਭਾਲ ਵਿੱਚ ਸਰਹੱਦ ਨੇੜਲੇ ਅਮਰੀਕਾ ਦੇ ਸ਼ਹਿਰਾਂ ਕਸਬਿਆਂ ਵਿੱਚ ਜਾ ਪਹੁੰਚੇ। ਉਹਨਾਂ ਨੂੰ ਉੱਥੇ ਕੰਮ ਤਾਂ ਮਿਲ ਗਿਆ, ਪਰ ਮਾਲਕਾਂ ਨੇ ਸਿਰ ਉੱਤੇ ਪਗੜੀ ਦੀ ਬਜਾਏ ਟੋਪੀ ਪਹਿਨ ਕੇ ਕੰਮ ਕਰਨ ਦੀ ਸ਼ਰਤ ਲਾ ਦਿੱਤੀ ਸੀ। ਜਿਹੜੇ ਸਿੱਖ ਧਰਮ ਵਿੱਚ ਬਹੁਤੇ ਪਰਪੱਕ ਨਹੀਂ ਸਨ, ਉਹਨਾਂ ਅੰਦਰ ਰੁਜ਼ਗਾਰ ਦੇ ਲਾਲਚ ਵਿੱਚ ਸਿੱਖੀ ਸਰੂਪ ਦਾ ਤਿਆਗ ਕਰਨ ਦਾ ਰੁਝਾਨ ਪੈਦਾ ਹੋ ਗਿਆ ਸੀ। ਉਹ ਇੱਕ ਦੂਜੇ ਦੀ ਦੇਖਾ ਦੇਖੀ ਪਗੜੀਆਂ ਉਤਾਰ ਕੇ ਟੋਪੀਆਂ ਪਹਿਨਣ ਲੱਗ ਪਏ। ਸਿੱਖੀ ਸਰੂਪ ਨੂੰ ਗਹਿਰੀ ਨਜ਼ਰ ਨਾਲ ਦੇਖਣ ਵਾਲੇ ਕੈਨੇਡਾ ਅੰਦਰ ਕੁਝ ਆਰੀਆ ਸਮਾਜੀ ਤੱਤਾਂ ਨੇ ਇਸ ਸਥਿਤੀ ਦਾ ਫਾਇਦਾ ਲੈਂਦਿਆਂ ਹੋਇਆ ਸਿੱਖ ਅੰਦਰ ਪਤਿਤ ਹੋਣ ਦੀ ਰੁਚੀ ਨੂੰ ਵਿੰਗੇ ਟੇਢੇ ਢੰਗਾਂ ਨਾਲ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਵੈਨਕੂਵਰ ਦੇ ਨਜ਼ਦੀਕ ਮਿਲ ਸਾਈਡ ਕਾਰਖਾਨਿਆਂ ਦੇ ਉੱਤੇ ਰਾਮ ਨਾਂ ਦੇ ਇੱਕ ਬ੍ਰਾਹਮਣ ਅਫਸਰ ਨੇ ਸਿੰਘਾਂ ਦੀਆਂ ਪਗੜੀਆਂ ਉਤਾਰ ਕੇ ਟੋਪੀਆਂ ਪਵਾਉਣ ਦੀ ਚਾਲ ਚੱਲੀ, ਪਰ ਸਿੰਘਾਂ ਨੇ ਜਥੇਬੰਦ ਹੋ ਕੇ ਵਿਰੋਧ ਕੀਤਾ ਅਤੇ ਪੰਡਤ ਦੀ ਇਹ ਚਾਲ ਨਾਕਾਮ ਕਰ ਦਿੱਤੀ ਸੀ। ਇਸ ਤਰੀਕੇ ਨਾਲ ਹਿੰਦੂਆਂ ਤੇ ਮੁਸਲਮਾਨਾਂ ਦੀ ਤੁਲਨਾ ਵਿੱਚ ਸਿੱਖਾਂ ਦੇ ਸਾਹਮਣੇ ਨਸਲੀ ਵਿਤਕਰੇ ਤੋਂ ਛੂਟ ਆਪਣੇ ਨਿਆਰੇ ਸਰੂਪ ਨੂੰ ਬਚਾਉਣ ਅਰਥਾਤ ਆਪਣੀ ਧਾਰਮਿਕ ਰਹਿਤ ਮਰਿਆਦਾ ਦੀ ਪਾਲਣਾ ਤੇ ਰੱਖਿਆ ਕਰਨ ਦੇ ਵਾਧੂ ਸਮੱਸਿਆ ਖੜੀ ਹੋ ਗਈ ਸੀ। ਉਹਨਾਂ ਨੇ ਇਸ ਸਮੱਸਿਆ ਦਾ ਟਾਕਰਾ ਆਪਣੇ ਵਿਸ਼ੇਸ਼ ਸੱਭਿਆਚਾਰਕ ਖਾਸੇ ਅਨੁਸਾਰ ਕੀਤਾ। ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਨੇ ਆਪਣੇ ਦਿਵ ਦ੍ਰਿਸ਼ਟੀ ਨਾਲ ਪੱਛਮੀ ਦੇਸ਼ਾਂ ਅੰਦਰ ਸਿੱਖ ਦੀ ਨਿਆਰੀ ਧਾਰਮਿਕ ਹਸਤੀ ਨੂੰ ਪੇਸ਼ ਆਉਣ ਵਾਲੇ ਖਤਰਿਆਂ ਨੂੰ ਅਗਾਂਹ ਭਾਂਪ ਲਿਆ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਅੰਦਰ ਜੇਕਰ ਧਾਰਮਿਕ ਜਜ਼ਬਾ ਕਮਜ਼ੋਰ ਪੈ ਗਿਆ ਤਾਂ ਉਹ ਪੱਛਮੀ ਸੱਭਿਅਤਾ ਦੇ ਗੁਰਮਤਿ ਵਿਰੋਧ ਪ੍ਰਭਾਵਾਂ ਦੇ ਅਸਰਾਂ ਤੋਂ ਮਹਿਫੂਜ਼ ਨਹੀਂ ਰਹਿ ਸਕਣਗੇ। ਉਹਨਾਂ ਅੰਦਰ ਪੱਛਮੀ ਕੌਮਾਂ ਦੇ ਮੁਕਾਬਲੇ ਵਿੱਚ ਆਤਮਹੀਨਤਾ ਦਾ ਭਾਵ ਪੈਦਾ ਹੋ ਜਾਵੇਗਾ। ਜਿਸ ਕਰਕੇ ਉਹਨਾਂ ਅੰਦਰ ਪੱਛਮੀ ਲੋਕਾਂ ਦੀ ਨਕਲ ਕਰਨ ਦੀ ਪ੍ਰਵਿਰਤੀ ਜੋਰ ਫੜ ਜਾਵੇਗੀ। ਇਹ ਮਨੋਵਿਗਿਆਨਿਕ ਦਬਾਅ ਹੇਠ ਉਹ ਆਪਣਾ ਨਿਆਰਾ ਸਰੂਪ ਸੰਭਾਲ ਨਹੀਂ ਸਕਣਗੇ। ਉਹ ਆਪਣੇ ਕੰਕਾਰਾਂ ਦੀ ਰੱਖਿਆ ਨਹੀਂ ਕਰ ਸਕਣਗੇ। ਉਹਨਾਂ ਅੰਦਰ ਮੁੰਨੇ ਹੋਣ ਦਾ ਰੁਝਾਅ ਪ੍ਰਫੁੱਲਤ ਹੋ ਜਾਵੇਗਾ। ਜਦੋਂ ਸਿੱਖ ਗੁਰੂ ਵੱਲੋਂ ਬਖਸ਼ੇ ਸਰੂਪ ਦਾ ਸਵੈ ਇੱਛਾ ਨਾਲ ਹੀ ਤਿਆਗ ਕਰਨ ਦਾ ਆਤਮਘਾਤੀ ਰਾਹ ਅਖਤਿਆਰ ਕਰ ਲੈਣਗੇ ਤਾਂ ਉਹ ਆਤਮਕ ਤੌਰ ਤੇ ਨਿਰਜਿਤ ਹੋ ਜਾਣਗੇ। ਉਹ ਗੁਰੂ ਦੀ ਮਿਹਰ ਤੋਂ ਵਾਂਝੇ ਹੋ ਜਾਣਗੇ। ਜਦੋਂ ਸਿੱਖਾਂ ਦਾ ਸਰੂਪ ਨਿਆਰਾ ਨਾ ਰਿਹਾ ਤਾਂ ਉਹਨਾਂ ਦਾ ਅਸਲ ਵੀ ਨਿਆਰਾ ਨਹੀਂ ਰਹਿ ਸਕੇਗਾ। ਉਹ ਭੀੜ ਦਾ ਹਿੱਸਾ ਬਣ ਜਾਣਗੇ। ਸੰਤ ਅਤਰ ਸਿੰਘ ਜੀ ਨੇ ਇਹ ਤੌਖਲੇ ਨਿਰਮੂਲ ਨਹੀਂ ਸਨ। ਇੰਗਲੈਂਡ ਤੇ ਅਮਰੀਕਾ ਕੈਨੇਡਾ ਅੰਦਰ ਸਿੱਖ ਸੱਭਿਆਚਾਰ ਦੇ ਮਨੋਵਿਗਿਆਨਕ ਦਬਾਅ ਹੇਠ ਆ ਕੇ ਵੱਡੀ ਸੰਖਿਆ ਵਿੱਚ ਕੰਕਾਰਾਂ ਦਾ ਤਿਆਗ ਕਰਨ ਲੱਗ ਪਏ ਸਨ। ਬਾਬਾ ਸੋਹਣ ਸਿੰਘ ਪਕਣਾ ਨੇ ਖੁਦ ਮੰਨਿਆ ਕਿ ਜਿਵੇਂ ਅੱਧ ਚੱਜੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਸਫਾ ਚੱਟ ਹੋ ਜਾਂਦੇ ਸਨ, ਉਸੇ ਤਰ੍ਹਾਂ ਉਹ ਵੀ ਅਮਰੀਕਾ ਪਹੁੰਚਣ ਤੋਂ ਬਾਅਦ ਕੁਝ ਸੰਗਤ ਦੇ ਅਸਰ ਹੇਠ ਉਸ ਰੰਗ ਵਿੱਚ ਰੰਗ ਗਏ ਸਨ। ਪਰ ਛੇਤੀ ਹੀ ਉਹਨਾਂ ਨੇ ਵਾਹਿਗੁਰੂ ਦੀ ਕਿਰਪਾ ਹੋਈ ਤੇ 6 ਮਹੀਨਿਆਂ ਬਾਅਦ ਮੁੜ ਸਾਬਤ ਸੂਰਤ ਹੋ ਗਏ ਸਨ। ਇਸੇ ਤਰ੍ਹਾਂ ਭਾਈ ਕਰਤਾਰ ਸਿੰਘ ਸਰਾਭਾ ਨੇ ਵੀ ਅਮਰੀਕਾ ਜਾ ਕੇ ਕੁਸੰਗਤ ਦਾ ਅਸਰ ਕਬੂਲ ਕਰ ਲਿਆ ਸੀ ਅਤੇ ਹੋਰਨਾਂ ਦੀ ਰੀਸੇ ਉਸਨੇ ਵੀ ਕੇਸ ਕਟਵਾ ਦਿੱਤੇ ਸਨ। ਇਸ ਖਤਰੇ ਦੇ ਸਨਮੁਖ ਸੰਤ ਅਤਰ ਸਿੰਘ ਜੀ ਨੂੰ ਇਹ ਆਤਮਬੋਧ ਹੋ ਗਿਆ ਸੀ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਹੋਂਦ ਨੂੰ ਸਿਰਫ ਤੇ ਸਿਰਫ ਗੁਰਦੁਆਰੇ ਹੀ ਬਚਾ ਸਕਣਗੇ। ਇਸ ਕਰਕੇ ਜਦੋਂ ਪ੍ਰੋਫੈਸਰ ਤੇਜਾ ਸਿੰਘ ਜੀ ਸੰਤ ਅਤਰ ਸਿੰਘ ਜੀ ਦੇ ਆਦੇਸ਼ ਮੁਤਾਬਕ 1906 ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲਈ ਵਿਦੇਸ਼ਾਂ ਨੂੰ ਰਵਾਨਾ ਹੋਣ ਲੱਗੇ ਤਾਂ ਸੰਤ ਜੀ ਨੇ ਉਹਨਾਂ ਨੂੰ ਇੱਕ ਉਚੇਰੀ ਹਦਾਇਤ ਕੀਤੀ ਕਿ ਜਿੱਥੇ ਵੀ ਜਾਣਾ ਹੈ ਉੱਥੇ ਜਾ ਕੇ ਸਿੱਖਾਂ ਨੂੰ ਗੁਰੂ ਦੁਆਰਾ ਉਸਾਰਨ ਲਈ ਜ਼ਰੂਰ ਪ੍ਰੇਰਿਤ ਕਰਨਾ ਹੈ। ਬਾਬਾ ਸੋਹਣ ਸਿੰਘ ਪਕਣਾ ਨੇ ਪ੍ਰਦੇਸ਼ਾਂ ਵਿੱਚ ਸਿੱਖਾਂ ਦੀ ਹੋਂਦ ਦੀ ਤੇ ਹਸਤੀ ਨੂੰ ਬਚਾਉਣ ਤੇ ਪ੍ਰਫੁੱਲਤ ਕਰਨ ਵਿੱਚ ਗੁਰਦੁਆਰਿਆਂ ਦੀ ਮਹੱਤਤਾ ਜਤਾਈ।
ਪ੍ਰੋਫੈਸਰ ਤੇਜਾ ਸਿੰਘ ਨੇ 2 ਸਾਲ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਅੱਗੇ ਹੋਰ ਪੜ੍ਹਨ ਲਈ 1908 ਈਸਵੀ ਵਿੱਚ ਅਮਰੀਕਾ ਦੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿੱਚ ਦਾਖਲਾ ਲੈ ਲਿਆ। ਜਿਵੇਂ ਕਿ ਬਾਬਾ ਸੋਹਣ ਸਿੰਘ ਪਕਨਾ ਨੇ ਜ਼ਿਕਰ ਕੀਤਾ ਹੈ ਕਿ ਪ੍ਰੋਫੈਸਰ ਤੇਜਾ ਸਿੰਘ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਹੀ ਕੈਨੇਡਾ ਦੇ ਸਿੱਖ ਤੇ ਵੈਨਕੂਵਰ ਵਿਖੇ ਗੁਰਦੁਆਰਾ ਸਾਹਿਬ ਉਸਾਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਵੈਨਕੂਵਰ ਅਕਤੂਬਰ 1908 ਵਿੱਚ ਪ੍ਰੋਫੈਸਰ ਤੇਜਾ ਸਿੰਘ ਨੂੰ ਵੈਨਕੂਵਰ ਦੀ ਸੰਗਤ ਨੇ ਧਰਮ ਪ੍ਰਚਾਰ ਲਈ ਕੈਨੇਡਾ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਉਹਨਾਂ ਨੇ ਉੱਥੇ ਕੁਝ ਹਫ਼ਤੇ ਰਹਿ ਕੇ ਵੈਨਕੂਵਰ ਤੇ ਇਸ ਦੇ ਆਂਢ ਗੁਆਂਢ ਵਿੱਚ ਧਰਮ ਪ੍ਰਚਾਰ ਕੀਤਾ। ਇਸ ਉਪਰੰਤ ਉਹ ਸਿਆਟਲ, ਪੋਰਟਲੈਂਡ ਤੇ ਸਾਨ ਫਰਾਂਸਿਸਕੋ ਦੇ ਰਸਤੇ ਨਿਊਯਾਰਕ ਵਾਪਸ ਚਲੇ ਗਏ। ਪਰ ਥੋੜ੍ਹੇ ਹੀ ਦਿਨਾਂ ਬਾਅਦ ਉਹਨਾਂ ਨੇ ਫਿਰ ਇੱਕ ਵਿਸ਼ੇਸ਼ ਕਾਰਨ ਕਰਕੇ ਵੈਨਕੂਵਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਵੇਲੇ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਦੀ ਸਲਾਹ ਨਾਲ ਸਿੱਖਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢਣ ਦੀ ਇੱਕ ਖਤਰਨਾਕ ਜੁਗਤ ਬਣਾਈ। ਕੈਨੇਡਾ ਵਿੱਚ ਵਸੇ ਹਿੰਦੁਸਤਾਨੀਆਂ ਨੂੰ ਚੰਗੇ ਭਵਿੱਖ ਦਾ ਲਾਰਾ ਲਾ ਕੇ ਸਵੈ ਇੱਛਾ ਨਾਲ ਬਰਤਾਨਵੀ ਰਾਜ ਹੇਠਲੇ ਹਾਂਡੂਰਸ ਨਾਂ ਦੇ ਟਾਪੂ ਵਿੱਚ ਜਾ ਵਸਣ ਦੀ ਲੁਭਾਵਣੀ ਪੇਸ਼ਕਸ਼ ਕੀਤੀ ਗਈ। ਗੋਰੇ ਹਾਕਮਾਂ ਨੂੰ ਉਮੀਦ ਸੀ ਕਿ ਹਿੰਦੁਸਤਾਨੀ ਹਾਂਡੂਰਸ ਵਿੱਚ ਜਾ ਕੇ ਆਪੇ ਭੁੱਖੇ ਤੇ ਬਿਮਾਰੀ ਨਾਲ ਮਰ ਮੁੱਕ ਜਾਣਗੇ ਅਤੇ ਇਸ ਢੰਗ ਨਾਲ ਸੱਪ ਵੀ ਮਰ ਜਾਵੇਗਾ ਤੇ ਸੋਟੀ ਵੀ ਨਹੀਂ ਟੁੱਟੇਗੀ। ਕੈਨੇਡਾ ਸਰਕਾਰ ਦੀ ਹਿੰਦੁਸਤਾਨੀ ਵਾਸੀਆਂ ਬਾਰੇ ਇਹ ਮੰਦਭਾਵਨਾ ਇਸ ਨਸਲਵਾਦੀ ਸੋਚ ਦੀ ਉਪਜ ਸੀ ਕਿ ਹਿੰਦੁਸਤਾਨੀ ਆਵਾਸੀਆਂ ਦੀ ਕੈਨੇਡਾ ਅੰਦਰ ਕੋਈ ਮਲਕੀਅਤ ਨਹੀਂ, ਉਹ ਕਿਸੇ ਜ਼ਮੀਨ ਜਾਇਦਾਦ ਦੇ ਮਾਲਕ ਨਹੀਂ, ਜਿਸ ਕਰਕੇ ਉਹ ਕੈਨੇਡਾ ਦੇ ਨਾਗਰਿਕ ਬਣਨ ਦੇ ਹੱਕਦਾਰ ਨਹੀਂ। ਕੈਨੇਡਾ ਦੇ ਨਾਗਰਿਕ ਨਾ ਹੋਣ ਕਰਕੇ ਉਹ ਕੈਨੇਡਾ ਸਰਕਾਰ ਦੇ ਰਹਿਮੋ ਕਰਮ ਉੱਤੇ ਵੀ ਕੈਨੇਡਾ ਵਿੱਚ ਰਹਿ ਸਕਦੇ ਹਨ ਅਤੇ ਸਰਕਾਰ ਜਦੋਂ ਜੀ ਚਾਹੇ ਉਹਨਾਂ ਨੂੰ ਬਾਹਰ ਕੱਢ ਸਕਦੀ ਹੈ। ਪ੍ਰੋਫੈਸਰ ਤੇਜਾ ਸਿੰਘ ਨੇ ਵੈਨਕੂਵਰ ਪਹੁੰਚਣ ਤੇ ਸਿੱਖ ਭਰਾਵਾਂ ਨੇ ਉਹਨਾਂ ਨੂੰ ਗੋਰਿਆਂ ਦੀ ਇਸ ਨਾਕਸ਼ ਸੋਚ ਅਤੇ ਘਾਤਕ ਚਾਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਪ੍ਰੋਫੈਸਰ ਸਾਹਿਬ ਅੱਗੇ ਆਪਣੇ ਮਨ ਦੀ ਹੂਕ ਇਸ ਤਰ੍ਹਾਂ ਪ੍ਰਗਟ ਕੀਤੀ। ਇੱਕ ਦਿਨ ਗੋਰੇ ਸਾਨੂੰ ਭੇਡਾਂ ਵਾਂਗੂ ਵੱਲ ਕੇ ਜਹਾਜ਼ ਚਾੜ ਬ੍ਰਿਟਿਸ਼ ਹਾਂਡੂਰਸ ਵਿੱਚ ਜਾ ਸੁੱਟਣਗੇ ਤੇ ਸਾਡੇ ਮਗਰੋਂ ਸਾਡਾ ਪੁਰਾਣਾ ਤੇ ਪਿਆਰਾ ਗੁਰਦੁਆਰਾ ਉਜਾੜ ਦੇਣਗੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਉਖਾੜ ਦੇਣਗੇ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਸਾਰੀ ਵਿਥਿਆ ਸੁਣ ਕੇ ਸਿੱਖ ਵੀਰਾਂ ਨੂੰ ਹੌਸਲਾ ਦਿੱਤਾ ਅਤੇ ਆਖਿਆ, ਘਬਰਾਓ ਨਹੀਂ, ਸਤਿਗੁਰ ਭਲੀ ਕਰਨਗੇ। ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਮਾਈਨਿੰਗ ਐਂਡ ਟਰਸਟ ਕੰਪਨੀ ਰਜਿਸਟਰਡ ਕਰਵਾਈ ਜਾਵੇ ਅਤੇ ਵੈਨਕੂਵਰ ਵਿਖੇ ਗੁਰੂ ਨਾਨਕ ਟਾਊਨ ਵਸਾਉਣ ਵਾਸਤੇ ਭਰਾਵਾਂ ਲਈ ਜ਼ਮੀਨ ਖਰੀਦੀ ਜਾਵੇ ਤਾਂ ਜੋ ਉਹਨਾਂ ਕੋਲ ਕੈਨੇਡਾ ਅੰਦਰ ਮਾਲਕੀ ਦੇ ਹੱਕ ਆ ਜਾਵਣ ਅਤੇ ਉਹ ਨਾਗਰਿਕਤਾ ਦਾ ਦਾਅਵਾ ਕਰ ਸਕਣ। ਅਗਲੇ ਹੀ ਦਿਨ ਪ੍ਰੋਫੈਸਰ ਤੇਜਾ ਸਿੰਘ ਨੇ ਵਕੀਲ ਕੋਲ ਜਾ ਕੇ ਕੰਪਨੀ ਦੇ ਨਿਯਮ ਤਿਆਰ ਕੀਤੇ ਅਤੇ ਹਫ਼ਤੇ ਦੇ ਅੰਦਰ ਹੀ ਇਸ ਨੂੰ ਰਜਿਸਟਰ ਕਰਵਾ ਲਿਆ। ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਨੇ ਆਮ ਲੋਕਾਂ ਅੰਦਰ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਹੜਾ ਝੂਠਾ ਪ੍ਰੋਪੇਗੈਂਡਾ ਕੀਤਾ ਸੀ ਉਸ ਨੂੰ ਬੇਅਸਰ ਕਰਨ ਲਈ ਵੈਨਕੂਵਰ ਸ਼ਹਿਰ ਦੇ ਇੱਕ ਵੱਡੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਨੇ ਹਫ਼ਤੇ ਵਿੱਚ 2-3 ਪ੍ਰਭਾਵਸ਼ਾਲੀ ਲੈਕਚਰ ਕੀਤੇ, ਜਿਨ੍ਹਾਂ ਵਿੱਚ ਸਿੱਖ ਧਰਮ ਦੇ ਅਸੂਲਾਂ ਅਤੇ ਗੁਰੂ ਸਾਹਿਬਾਨਾਂ ਦੇ ਰੂਹਾਨੀ ਉਪਦੇਸ਼ਾਂ ਤੇ ਜੀਵਨ ਅਮਲਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸਾਰੇ ਦਿਨ ਹਾਲ ਖਚਾਖਚ ਭਰਿਆ ਰਿਹਾ ਅਤੇ ਸਰੋਤਿਆਂ ਵਿੱਚ ਬਹੁ ਗਿਣਤੀ ਗੋਰਿਆਂ ਦੀ ਸੀ। ਇਹ ਲੈਕਚਰ ਇੰਨੇ ਅਸਰਦਾਰ ਸਾਬਿਤ ਹੋਏ ਕਿ ਨਾ ਸਿਰਫ ਮੌਕੇ ਤੇ ਮੌਜੂਦ ਗੋਰਿਆਂ ਪ੍ਰੋਫੈਸਰ ਤੇਜਾ ਸਿੰਘ ਦੀ ਲਿਆਕਤ ਅਤੇ ਸਿੱਖ ਧਰਮ ਦੇ ਉੱਚੇ ਤੇ ਸੁੱਚੇ ਅਸੂਲਾਂ ਤੋਂ ਦੇ ਕਾਇਲ ਹੋ ਗਏ, ਬਲਕਿ ਕੈਨੇਡਾ ਦੇ ਸਾਰੇ ਵੱਡੇ ਅਖਬਾਰਾਂ ਨੇ ਇਹਨਾਂ ਲੈਕਚਰਾਂ ਦੀਆਂ ਪ੍ਰਸ਼ੰਸਾਮਈ ਖਬਰਾਂ ਤਸਵੀਰਾਂ ਸਮੇਤ ਛਾਪੀਆਂ। ਇਸ ਤਰੀਕੇ ਨਾਲ ਕੈਨੇਡਾ ਦੇ ਆਮ ਲੋਕਾਂ ਦੇ ਮਨਾਂ ਅੰਦਰ ਸਿੱਖਾਂ ਬਾਰੇ ਪੈਦਾ ਕੀਤੇ ਗਏ ਅਸਭ ਦੂਰ ਹੋਣੇ ਸ਼ੁਰੂ ਹੋ ਗਏ। ਦਰਜਨਾਂ ਦੀ ਸੰਖਿਆ ਵਿੱਚ ਗੋਰੀਆਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਬਣ ਗਏ। ਇਸ ਉਪਰੰਤ ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦਾ ਭਰਵਾਂ ਇਕੱਠ ਹੋਇਆ ਅਤੇ ਉਹਨਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਸਾਏ ਹੇਠ ਕੈਨੇਡਾ ਵਿੱਚ ਹੀ ਰਹਾਂਗੇ ਤੇ ਸਰਕਾਰੀ ਚਾਲ ਅਧੀਨ ਕਿਸੇ ਹੋਰ ਦੇਸ਼ ਵਿੱਚ ਨਹੀਂ ਜਾਵਾਂਗੇ।
ਇਹ ਖਬਰਾਂ ਕੈਨੇਡਾ ਤੇ ਅਮਰੀਕਾ ਦੇ ਅਖਬਾਰਾਂ ਵਿੱਚ ਛਪ ਗਈਆਂ, ਜਿਨ੍ਹਾਂ ਨੂੰ ਪੜ੍ਹ ਕੇ ਕੈਲੀਫੋਰਨੀਆ ਦੀ ਸੰਗਤ ਨੇ ਪ੍ਰੋਫੈਸਰ ਤੇਜਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਦੀਆਂ ਸੰਗਤਾਂ ਨੂੰ ਵੀ ਜ਼ਰੂਰ ਦਰਸ਼ਨ ਦੇਣ ਅਤੇ ਉਹਨਾਂ ਨੂੰ ਵੀ ਆਪਣੇ ਰੋਸ਼ਨ ਵਿਚਾਰਾਂ ਤੋਂ ਜਾਣੂ ਕਰਵਾਉਣ। ਅਮਰੀਕਾ ਕੈਨੇਡਾ ਅੰਦਰ ਧਰਮ ਪ੍ਰਚਾਰ। ਪ੍ਰੋਫੈਸਰ ਤੇਜਾ ਸਿੰਘ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਹਫ਼ਤੇ ਕੁ ਭਰ ਲਈ ਕੈਲੀਫੋਰਨੀਆ ਵਿੱਚ ਇੱਕ ਦੋ ਜਗ੍ਹਾ ਲੈਕਚਰ ਕੀਤੇ ਅਤੇ ਵਾਪਸ ਮੁੜਦਿਆਂ ਰਾਹ ਵਿੱਚ ਰਾਤ ਪੋਰਟਲੈਂਡ ਵਿਖੇ ਬਾਬਾ ਸੋਹਣ ਸਿੰਘ ਜੀ ਭਕਨਾ ਹੋਰਾਂ ਕੋਲ ਗੁਜ਼ਾਰੀ। ਬਾਬਾ ਭਕਨਾ ਉਸ ਵਕਤ ਆਪਣੇ ਕਾਫੀ ਸਾਰੇ ਸਾਥੀਆਂ ਸਮੇਤ ਲੱਕੜੀ ਦੀ ਇੱਕ ਵੱਡੀ ਮਿਲ, ਜਿਸ ਦਾ ਨਾਂ ਮੋਨਾਰਕ ਮਿਲ ਸੀ, ਵਿੱਚ ਕੰਮ ਕਰਦੇ ਸਨ। ਇਸ ਮਿਲ ਵਿੱਚ 200-250 ਦੇ ਕਰੀਬ ਹਿੰਦੁਸਤਾਨੀ ਕੰਮ ਕਰਦੇ ਸਨ, ਜਿਨ੍ਹਾਂ ਚੋਂ ਵੱਡੀ ਸੰਖਿਆ ਸਿੱਖਾਂ ਦੀ ਸੀ। ਭਾਈ ਉਦਮ ਸਿੰਘ ਕਸੈਲ ਵੀ ਇਸੇ ਮਿਲ ਵਿੱਚ ਕੰਮ ਕਰਦੇ ਸਨ। ਮੋਨਾਰਕ ਮਿਲ ਵਿੱਚ ਕੰਮ ਕਰਦੇ ਸਾਰੇ ਸਿੱਖ ਭਰਾ ਇਕੱਠੇ ਸਾਂਝੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਤੇ ਕਾਰਖਾਨੇ ਵੱਲੋਂ ਹੀ ਮਿਲੇ ਹੋਏ ਕਮਰੇ ਵਿੱਚ ਛੋਟੀ ਬੀੜ ਪ੍ਰਕਾਸ਼ ਕਰਕੇ ਸਤਸੰਗ ਵੀ ਕਰਿਆ ਕਰਦੇ ਸਨ। ਰਾਤ ਨੂੰ ਸਿੰਘਾਂ ਨੇ ਪ੍ਰੋਫੈਸਰ ਤੇਜਾ ਸਿੰਘ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਅਗਲੇ ਦਿਨ ਸਵੇਰੇ ਸਤਿਗੁਰ ਦੀ ਹਜ਼ੂਰੀ ਵਿੱਚ ਦੀਵਾਨ ਸਜਿਆ। ਵਾਪਸ ਵੈਨਕੂਵਰ ਪੁੱਜਣ ਤੋਂ ਬਾਅਦ ਪ੍ਰੋਫੈਸਰ ਤੇਜਾ ਸਿੰਘ ਨੇ ਹੋਰਨਾਂ ਗੁਰਮੁਖਾਂ ਨੂੰ ਨਾਲ ਲੈ ਕੇ ਕੈਨੇਡਾ ਤੇ ਅਮਰੀਕਾ ਅੰਦਰ ਅੰਮ੍ਰਿਤ ਪ੍ਰਚਾਰ ਦਾ ਪਹਿਲਾ ਦੌਰਾ ਆਰੰਭ ਕੀਤਾ। ਭਾਈ ਬਰਿਆਮ ਸਿੰਘ ਉਰਫ ਸੁੰਦਰ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਹਰੀ ਸਿੰਘ ਚੋਟੀਆ ਅਤੇ ਭਾਈ ਬਰਿਆਮ ਸਿੰਘ ਨੱਥੋਵਾਲ ਦੇ ਜਥੇ ਸਮੇਤ ਪ੍ਰੋਫੈਸਰ ਤੇਜਾ ਸਿੰਘ ਸਭ ਤੋਂ ਪਹਿਲਾਂ ਵਿਕਟੋਰੀਆ ਪੁੱਜੇ। ਭਾਈ ਬਲਵੰਤ ਸਿੰਘ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਇੱਕ ਬੀੜ ਇੱਕ ਬੈਂਤ ਦੀ ਟੋਕਰੀ ਵਿੱਚ ਬੜੇ ਅਦਬ ਨਾਲ ਫੜੀ ਹੋਈ ਸੀ। ਪ੍ਰੋਫੈਸਰ ਤੇਜਾ ਸਿੰਘ ਨੇ ਕਥਾ ਕੀਰਤਨ ਤੇ ਗੁਰਬਾਣੀ ਵਿਖਿਆਨ ਨੇ ਵਿਕਟੋਰੀਆ ਦੇ ਸਿੱਖਾਂ ਦੇ ਹਿਰਦਿਆਂ ਅੰਦਰ ਸਿੱਖੀ ਪਿਆਰ ਦੀਆਂ ਐਸੀਆਂ ਤਰੰਗਾਂ ਛੇੜ ਦਿੱਤੀਆਂ ਕਿ ਉਹਨਾਂ ਨੇ ਤੁਰੰਤ ਜ਼ਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਮਤਾ ਪਾਸ ਕਰ ਦਿੱਤਾ ਅਤੇ 2 ਸਾਲਾਂ ਅੰਦਰ ਹੀ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਖੜੀ ਕਰ ਦਿੱਤੀ। ਮਿਸਟਰ ਰਾਬਰਟ ਵਿਲੀਅਮ ਕਲਰਕ ਨਾਂ ਦੇ ਇੱਕ ਏਜੰਟ ਰਾਹੀਂ ਗੁਰਦੁਆਰਾ ਸਾਹਿਬ ਲਈ ਜ਼ਮੀਨ ਖਰੀਦੀ ਗਈ ਸੀ। ਉਹ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਉਸ ਦੀ ਪਤਨੀ ਦੀ ਬੇਨਤੀ ਪਰ ਵਿਕਟੋਰੀਆ ਵਿਖੇ ਸ਼ਹਿਰ ਦੇ ਉੱਘੇ ਹਾਲ ਵਿੱਚ ਪ੍ਰੋਫੈਸਰ ਤੇਜਾ ਸਿੰਘ ਜੀ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ, ਜਿਸ ਨੂੰ ਸੁਣ ਕੇ ਕਈ ਗੋਰੇ ਗੋਰੀਆਂ ਗੁਰੂ ਘਰ ਦੇ ਸ਼ਰਧਾਲੂ ਬਣ ਗਏ। ਵਿਕਟੋਰੀਆ ਤੋਂ ਇਹ ਜੱਥਾ ਪਾਸਪੋਰਟ ਲੈ ਕੇ ਅਮਰੀਕਾ ਦੇ ਸ਼ਹਿਰ ਸਿਆਟਲ ਚਲਾ ਗਿਆ। ਉੱਥੇ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਹਿੰਦੁਸਤਾਨੀ ਪੜ੍ਹਦੇ ਸਨ। ਪ੍ਰੋਫੈਸਰ ਤੇਜਾ ਸਿੰਘ ਨੇ ਯੂਨੀਵਰਸਿਟੀ ਵਿੱਚ ਇੱਕ ਲੈਕਚਰ ਕਰਨ ਤੋਂ ਇਲਾਵਾ ਸਿੱਖ ਵੀਰਾਂ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਉੱਥੇ ਇਹ ਜਗ੍ਹਾ ਓਰੇਗਨ ਸਟੇਟ ਵਿੱਚ ਪੋਰਟਲੈਂਡ ਚਲਾ ਗਿਆ। ਉੱਥੇ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਹੋਰਨਾਂ ਸਿੱਖਾਂ ਵੀਰਾਂ ਨਾਲ ਰਲ ਕੇ ਜੱਥੇ ਦਾ ਨਿੱਘਾ ਸਵਾਗਤ ਕੀਤਾ। ਇੱਕ ਹਫ਼ਤਾ ਜੱਥਾ ਇੱਥੇ ਟਿਕਿਆ ਤੇ ਬਹੁਤ ਸਾਰੇ ਵੀਰਾਂ ਨੇ ਬੜੇ ਪ੍ਰੇਮ ਤੇ ਸ਼ਰਧਾ ਭਾਵ ਨਾਲ ਅੰਮ੍ਰਿਤਪਾਨ ਕੀਤਾ। ਪੋਰਟਲੈਂਡ ਤੋਂ ਇਹ ਜੱਥਾ ਕੈਲੀਫੋਰਨੀਆ ਦੀ ਸੰਗਤ ਦੇ ਸੱਦੇ ਉੱਤੇ ਲੀਜਲਟਨ ਪੁੱਜਾ। ਉੱਥੇ ਹਫ਼ਤਾ ਭਰ ਪ੍ਰੇਮ ਭਰਿਆ ਸਤਸੰਗ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਿੱਖ ਵੀਰਾਂ ਨੇ ਅੰਮ੍ਰਿਤ ਛਕਿਆ। ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ, ਜਿਹੜੇ ਬਾਅਦ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣੇ, ਉੱਥੇ ਨੇੜੇ ਹੀ ਇੱਕ ਨਵੀਂ ਬਣਦੀ ਰੇਲਵੇ ਲਾਈਨ ਵਿੱਚ ਮਜ਼ਦੂਰੀ ਕਰਦੇ ਸਨ। ਉਹਨਾਂ ਨੇ ਵੀ ਜੱਥੇ ਨੂੰ ਆਉਣ ਦਾ ਸੱਦਾ ਦਿੱਤਾ। ਉਹਨਾਂ ਪਾਸ ਕੁਝ ਕੁ ਦਿਨ ਠਹਿਰ ਕੇ ਜੱਥੇ ਨੇ ਸਤਸੰਗ ਕੀਤਾ ਅਤੇ ਬਹੁਤ ਸਾਰੇ ਵੀਰਾਂ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਵਿਕਟੋਰੀਆ ਤੇ ਅਮਰੀਕਾ ਦੇ ਕੁੱਲ ਥਾਵਾਂ ਤੇ ਸੈਂਕੜੋ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਜੱਥਾ ਵਾਪਸ ਵੈਨਕੂਵਰ ਪਹੁੰਚ ਗਿਆ। ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਆਵਾਸੀਆਂ ਦੇ ਮਨ ਵਿੱਚ ਵੀ ਇਹ ਸੂਖਮ ਅਹਿਸਾਸ ਪ੍ਰਫੁੱਲਿਤ ਹੋ ਗਿਆ ਸੀ ਕਿ ਕੇਂਦਰੀ ਗੁਰਦੁਆਰੇ ਦੀ ਉਸਾਰੀ ਬਗੈਰ ਅਮਰੀਕਾ ਦੀ ਧਰਤੀ ਤੇ ਸਿੱਖਾਂ ਦੀ ਹੋਂਦ ਨਹੀਂ ਬਚਾਈ ਜਾ ਸਕਦੀ। ਅਮਰੀਕਾ ਅੰਦਰ ਜਿਉਂ-ਜਿਉਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਰਾਹੀਂ ਗੁਰਮਤਿ ਚੇਤਨਾ ਦਾ ਪ੍ਰਸਾਰ ਹੁੰਦਾ ਗਿਆ, ਤਿਉਂ-ਤਿਉਂ ਇਹ ਸੁਪਨਾ ਹਕੀਕਤ ਵਿੱਚ ਬਦਲਦਾ ਰਿਹਾ। ਅਮਰੀਕਾ ਦੀ ਧਰਤੀ ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋਫੈਸਰ ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਹੋਰਾਂ ਦੀ ਹਿੰਮਤ ਤੇ ਪਹਿਲ ਕਦਮੀ ਨਾਲ ਨੇਪਰੇ ਚੜ੍ਹਿਆ ਸੀ। ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਨੇ
ਅਮਰੀਕਾ ਜਾ ਕੇ ਕੈਲੀਫੋਰਨੀਆ ਵਿੱਚ ਸਟਾਕਟਨ ਦੇ ਨੇੜੇ ਹੋਲਟਵਿਲ ਵਿਖੇ ਹਜ਼ਾਰਾਂ ਏਕੜਾਂ ਦਾ ਫਾਰਮ ਠੇਕੇ ਤੇ ਲੈ ਕੇ ਆਲੂਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਨਾਂ ਨੂੰ ਉੱਥੇ ਉਸ ਵੇਲੇ ਵਿੱਚ ਆਲੂਆਂ ਦੇ ਬਾਦਸ਼ਾਹ ਪੋਟੈਟੋ ਕਿੰਗ ਕਿਹਾ ਜਾਂਦਾ ਸੀ। ਪਿੱਛੋਂ ਜਾ ਕੇ ਉਹਨਾਂ ਨਾਲ ਭਾਈ ਸੰਤੋਖ ਸਿੰਘ ਵੀ ਜੁੜ ਗਏ ਸਨ। ਪ੍ਰੋਫੈਸਰ ਤੇਜਾ ਸਿੰਘ ਨੇ ਇਹਨਾਂ ਗੁਰਮੁਖਾਂ ਦੀ ਰਹਿਣੀ ਬਹਿਣੀ ਦਾ ਜ਼ਿਕਰ ਕਰਦੇ ਲਿਖਿਆ ਹੈ ਕਿ ਉਹ ਆਪਣੇ ਹੱਥੀਂ ਬਣਾਏ ਲੱਕੜੀ ਦੇ ਘਰਾਂ ਵਿੱਚ ਰਹਿੰਦੇ ਸਨ। ਇਹਨਾਂ ਸੱਜਣਾਂ ਦੀ ਰੋਹ ਰੀਤ, ਕਿਰਿਆ ਤੇ ਮਰਿਆਦਾ ਪੁਰਾਣੇ ਗੁਰਸਿੱਖਾਂ ਦੇ ਜੀਵਨ ਦੀ ਇੱਕ ਪ੍ਰਤੱਖ ਝਾਕੀ ਸੀ। ਮਾਈ ਭਾਈ ਦਾ ਭੈਣ ਭਰਾਵਾਂ ਵਾਂਗੂ ਇਕੱਠੇ ਰਹਿਣਾ ਅਤੇ ਕਿਰਤ ਕਰਕੇ ਵੰਡ ਛਕਣਾ ਗੁਰਸਿੱਖ ਮੀਤ ਚੱਲੇ ਗੁਰਜਾਲ ਦੀ ਜਿਉਂਦੀ ਜਾਗਦੀ ਮਿਸਾਲ ਸੀ। ਇਹਨਾਂ ਦੇ ਫਾਰਮ ਨੂੰ ਭਾਈਆਂ ਦਾ ਡੇਰਾ ਕਿਹਾ ਜਾਣ ਲੱਗਾ, ਜਿੱਥੇ ਕੋਈ ਵੀ ਲੋੜਵੰਦ ਕਿਸੇ ਧਰਮ ਤੇ ਜਾਤ ਦਾ ਭੇਦ ਕੀਤਿਆਂ ਜਦ ਚਾਹੇ ਅੰਨ ਪਾਣੀ ਛਕ ਸਕਦਾ ਸੀ ਅਤੇ ਜਿੰਨੇ ਦਿਨ ਮਰਜ਼ੀ ਵਿਸ਼ਰਾਮ ਕਰ ਸਕਦਾ ਸੀ। ਡੇਰੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕੀਤੇ ਹੋਏ ਸਨ ਅਤੇ ਉਹਨਾਂ ਦੀ ਪਾਵਨ ਹਜ਼ੂਰੀ ਵਿੱਚ ਨੇਮ ਨਾਲ ਸਤਸੰਗ ਹੋਇਆ ਕਰਦਾ ਸੀ। 1910 ਦੇ ਕਰੀਬ ਜਿਹੇ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਹਜ਼ਾਰਾ ਸਿੰਘ ਆਦਿ ਨੇ ਰਲ ਕੇ ਸਲਾਹ ਕੀਤੀ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਲ ਕੇ ਸਟਾਕਟਨ ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਉਸਾਰਿਆ ਜਾਵੇ। ਇਹ ਨੇਕ ਮਨੋਰਥ ਨੂੰ ਮੁੱਖ ਰੱਖਦੇ ਹੋਏ 27 ਦਸੰਬਰ 1911 ਨੂੰ ਉਸ ਦੀ 7ਵੀਂ ਦੇ ਮੁਬਾਰਕ ਦਿਹਾੜੇ ਤੇ ਹੋਲਟ ਫਾਰਮ ਉੱਤੇ 10ਮ ਪਾਤਸ਼ਾਹ ਦਾ ਜਨਮ ਪੁਰਬ ਪੂਰੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਹੋਇਆ। ਨੇੜੇ ਤੇੜੇ ਵਸਦੇ ਸਾਰੇ ਧਰਮਾਂ ਦੇ ਹਿੰਦੁਸਤਾਨੀ ਭਰਾਵਾਂ ਨੂੰ ਬਹੁਤ ਦਿਨ ਪਹਿਲਾਂ ਹੀ ਬਕਾਇਦਾ ਸੱਦਾ ਪੱਤਰ ਭੇਜੇ ਗਏ। ਉਸ ਸਮਾਗਮ ਉੱਤੇ ਸਟਾਕਟਨ ਵਿਖੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਗੁਰਮਤਾ ਪਾਸ ਹੋਇਆ। ਇਸ ਮਤਲਬ ਲਈ ਸੰਗਤਾਂ ਕੋਲੋਂ ਮਾਇਆ ਉਗਰਾਹੁਣ ਵਾਸਤੇ ਕਮੇਟੀ ਮੁਕਰਰ ਕੀਤੀ ਗਈ। ਇਸ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਤਾਰਾ ਸਿੰਘ, ਭਾਈ ਬਾਵਾ ਸਿੰਘ ਆਦਿ ਗੁਰਮੁਖ ਸ਼ਾਮਲ ਕੀਤੇ ਗਏ। ਗੁਰਮਤਾ ਪਾਸ ਹੋਣ ਦੀ ਦੇਰ ਸੀ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ। ਬਾਬਾ ਵਿਸਾਖਾ ਸਿੰਘ ਤੇ ਪ੍ਰੋਫੈਸਰ ਤੇਜਾ ਸਿੰਘ, ਭਾਈ ਤਾਰਾ ਸਿੰਘ ਤੇ ਭਾਈ ਬਾਵਾ ਸਿੰਘ ਨੇ ਆਦਿ ਨੇ ਫਾਰਮਾਂ ਵਿੱਚ ਫਿਰ ਕੇ ਬੜੇ ਪ੍ਰੇਮ ਨਾਲ ਉਗਰਾਹੀ ਕੀਤੀ। ਇਸ ਤਰੀਕੇ ਨਾਲ ਸਿੱਖਾਂ ਨੇ ਕੈਨੇਡਾ ਤੇ ਅਮਰੀਕਾ ਅੰਦਰ ਆਪਣੀ ਨਿਆਰੀ ਹੋਂਦ ਤੇ ਹਸਤੀ ਦੀ ਰੱਖਿਆ ਕਰਨ ਲਈ ਧਰਮ ਪ੍ਰਚਾਰ ਦੇ ਪੁਰਜੋਰ ਲਹਿਰ ਚਲਾਈ। ਹਿੰਦੁਸਤਾਨ ਦੇ ਕਿਸੇ ਹੋਰ ਧਾਰਮਿਕ ਫਿਰਕੇ, ਹਿੰਦੂਆਂ ਜਾਂ ਮੁਸਲਮਾਨਾਂ ਨੇ ਅਜਿਹਾ ਨਹੀਂ ਕੀਤਾ। ਕਾਰਨ ਇਹ ਕਿ ਸਿੱਖਾਂ ਨੂੰ ਛੱਡ ਕੇ ਹੋਰ ਕਿਸੇ ਧਾਰਮਿਕ ਵਰਗ ਦਾ ਆਪਣੇ ਵਿਲੱਖਣ ਸਰੂਪ ਨਾਲ ਇੰਨਾ ਗੂੜਾ ਪ੍ਰੇਮ ਨਹੀਂ ਸੀ।